ओशो दी पुस्तक है एक ओंकार सतनाम। हुक्मी होवण आकार हुक्म ना कहा जाई, हुक्मी होवण जी हुक्म मिलै वडियाई। हुक्मी उत्तम नीच हुक्म लिख दुख सुख पाइयै, इक ना हुक्मी बख्शी सिख हुक्मी सदा भवाइयै। हुक्मै अंदर सब को बाहर हुक्म ना कोई, नानक हुक्मै जी बुझै ता हौमे कहे ना कोई। गावै को तान होवै के सैतान, गावै को दात जाने निशान। गावे को गुण वडियाइयां चार, गावै को विद्या विखम विचार। गावै को साज करे तन खे, गावे को जी लै फिर दे। गावै को जापै दिसै दूर, गावै को वेखै हादरा हदूर। कथना कथी नावै टोट, कत कत कथी कोटि कोट कोट। देंदा दे लैंदे थक पाए, जुगा जगंतर खाई खाए। हुक्मी हुक्म चलाए राओ, नानक विकसै वे परवाओ। ਜੀਵਨ ਨੂੰ ਜਿਉਣ ਦੇ ਦੋ ਢੰਗ ਹਨ। ਇੱਕ ਢੰਗ ਹੈ ਸੰਘਰਸ਼ ਦਾ, ਇੱਕ ਢੰਗ ਹੈ ਸਮਰਪਣ ਦਾ। ਸੰਘਰਸ਼ ਦਾ ਅਰਥ ਹੈ ਮੇਰੀ ਮਰਜ਼ੀ ਸਮਗਰ ਦੀ ਮਰਜ਼ੀ ਤੋਂ ਵੱਖ ਹੈ। ਸਮਰਪਣ ਦਾ ਅਰਥ ਹੈ ਮੈਂ ਪੂਰਨ ਦਾ ਇੱਕ ਅੰਗ ਹਾਂ, ਮੇਰੀ ਮਰਜ਼ੀ ਦੇ ਵੱਖਰੇ ਹੋਣ ਦਾ ਕੋਈ ਸਵਾਲ ਨਹੀਂ। ਮੈਂ ਜੇਕਰ ਵੱਖਰਾ ਹਾਂ, ਸੰਘਰਸ਼ ਸੁਭਾਵਿਕ ਹੈ। ਮੈਂ ਜੇਕਰ ਇਸ ਵਿਰਾਟ ਦੇ ਨਾਲ ਇੱਕ ਹਾਂ, ਸਮਰਪਣ ਸੁਭਾਵਿਕ ਹੈ। ਸੰਘਰਸ਼ ਲਿਆਵੇਗਾ ਤਣਾਅ, ਅਸ਼ਾਂਤੀ, ਚਿੰਤਾ। ਸਮਰਪਣ ਸ਼ੂਨਿਅਤਾ, ਸ਼ਾਂਤੀ, ਆਨੰਦ ਤੇ ਅੰਤ 'ਚ ਪਰਮ ਗਿਆਨ। ਸੰਘਰਸ਼ ਨਾਲ ਹੰਕਾਰ ਵਧੇਗਾ, ਸਮਰਪਣ ਨਾਲ ਮਿਟੇਗਾ। ਸੰਸਾਰੀ ਉਹੀ ਹੈ ਜੋ ਸੰਘਰਸ਼ ਕਰ ਰਿਹਾ ਹੈ, ਧਾਰਮਿਕ ਉਹੀ ਹੈ ਜਿਸ ਨੇ ਸੰਘਰਸ਼ ਛੱਡਿਆ ਤੇ ਸਮਰਪਣ ਕੀਤਾ। ਮੰਦਿਰ, ਮਸਜਿਦ, ਗੁਰਦੁਆਰੇ ਜਾਣ ਨਾਲ ਧਰਮ ਦਾ ਕੋਈ ਸਬੰਧ ਨਹੀਂ। ਜੇਕਰ ਤੁਹਾਡੀ ਬਿਰਤੀ ਜੂਝਣ ਦੀ ਹੈ, ਜੇਕਰ ਤੁਸੀਂ ਲੜਾਈ ਕਰ ਰਹੇ ਹੋ ਪਰਮਾਤਮਾ ਨਾਲ, ਜੇਕਰ ਤੁਸੀਂ ਆਪਣੀ ਇੱਛਾ ਪੂਰੀ ਕਰਨਾ ਚਾਹੁੰਦੇ ਹੋ, ਚਾਹੇ ਪ੍ਰਾਰਥਨਾ ਰਾਹੀਂ ਹੀ ਸਹੀ, ਪੂਜਾ ਨਾਲ ਹੀ ਸਹੀ, ਜੇਕਰ ਤੁਹਾਡੀ ਆਪਣੀ ਕੋਈ ਇੱਛਾ ਹੈ ਤਾਂ ਤੁਸੀਂ ਅਧਾਰਮਿਕ ਹੋ। ਜਦ ਤੁਹਾਡੀ ਆਪਣੀ ਕੋਈ ਚਾਹ ਨਹੀਂ, ਜਦ ਉਸਦੀ ਚਾਹਤ ਹੀ ਤੁਹਾਡੀ ਚਾਹ ਹੈ, ਜਿੱਥੇ ਉਹ ਲੈ ਜਾਏ ਉਹੀ ਤੁਹਾਡੀ ਮੰਜ਼ਿਲ ਹੈ, ਤੁਹਾਡੀ ਵੱਖਰੀ ਕੋਈ ਮੰਜ਼ਿਲ ਨਹੀਂ। ਜਿਵੇਂ ਉਹ ਚਲਾਏ ਉਹੀ ਤੁਹਾਡੀ ਚਾਲ, ਤੁਹਾਡੀ ਆਪਣੀ ਕੋਈ ਆਕਾਂਕਸ਼ਾ, ਇੱਛਾ ਨਹੀਂ। ਤੁਸੀਂ ਨਿਰਣਾ ਲੈਂਦੇ ਹੀ ਨਹੀਂ, ਤੁਸੀਂ ਤੈਰਦੇ ਵੀ ਨਹੀਂ, ਤੁਸੀਂ ਤਿਰਦੇ ਹੋ। ਆਕਾਸ਼ 'ਚ ਕਦੀ ਵੇਖੋ, ਇੱਲ ਬਹੁਤ ਉਚਾਈ 'ਤੇ ਚਲੀ ਜਾਂਦੀ ਹੈ, ਫਿਰ ਖੰਭ ਵੀ ਨਹੀਂ ਹਿਲਾਉਂਦੀ, ਫਿਰ ਖੰਭਾਂ ਨੂੰ ਫੈਲਾ ਦਿੰਦੀ ਹੈ ਤੇ ਹਵਾ 'ਚ ਤਿਰਦੀ ਹੈ। ਉਹੋ ਜਿਹੀ ਦਸ਼ਾ ਜਦੋਂ ਤਿਰਨ ਦੀ ਤੁਹਾਡੀ ਚੇਤਨਾ 'ਚ ਆ ਜਾਏ ਤਾਂ ਸਮਰਪਣ। ਤਦ ਤੁਸੀਂ ਖੰਭ ਵੀ ਨਹੀਂ ਹਿਲਾਉਂਦੇ, ਤਾਂ ਤੁਸੀਂ ਉਹਦੀਆਂ ਹਵਾਵਾਂ ਉੱਤੇ ਤਿਰ ਜਾਂਦੇ ਹੋ। ਤਾਂ ਤੁਸੀਂ ਨਿਰਭਾਰ ਹੋ ਜਾਂਦੇ ਹੋ, ਕਿਉਂਕਿ ਭਾਰ ਸੰਘਰਸ਼ ਤੋਂ ਉਪਜਦਾ ਹੈ, ਭਾਰ ਟਕਰਾਓ ਨਾਲ ਉਪਜਦਾ ਹੈ। ਜਿੰਨਾ ਤੁਸੀਂ ਲੜਦੇ ਹੋ ਓਨੇ ਤੁਸੀਂ ਭਾਰੀ ਹੋ ਜਾਂਦੇ ਹੋ, ਜਿੰਨੇ ਭਾਰੀ ਹੁੰਦੇ ਹੋ ਓਨੇ ਹੇਠਾਂ ਡਿੱਗ ਪੈਂਦੇ ਹੋ। ਜਿੰਨੇ ਤੁਸੀਂ ਲੜਦੇ ਨਹੀਂ ਓਨੇ ਹੌਲੇ ਹੋ ਜਾਂਦੇ ਹੋ, ਜਿੰਨੇ ਹੌਲੇ ਹੁੰਦੇ ਹੋ ਓਨੇ ਉੱਚੇ ਉੱਠ ਜਾਂਦੇ ਹੋ। ਤੇ ਜੇਕਰ ਤੁਸੀਂ ਪੂਰੀ ਤਰ੍ਹਾਂ ਸੰਘਰਸ਼ ਛੱਡ ਦਿਓ ਤਾਂ ਤੁਹਾਡੀ ਉਹੀ ਉਚਾਈ ਹੈ ਜਿਹੜੀ ਪਰਮਾਤਮਾ ਦੀ ਉਚਾਈ ਦਾ ਇੱਕ ਹੀ ਅਰਥ ਹੈ ਨਿਰਭਾਰ ਹੋ ਜਾਣਾ ਤੇ ਹੰਕਾਰ ਪੱਥਰ ਵਾਂਗ ਤੁਹਾਡੇ ਗਲੇ 'ਚ ਲਟਕਿਆ ਹੈ। ਜਿੰਨਾ ਤੁਸੀਂ ਲੜੋਗੇ ਓਨਾ ਹੰਕਾਰ ਵਧੇਗਾ। ਇੰਜ ਹੋਇਆ ਕਿ ਨਾਨਕ ਇੱਕ ਪਿੰਡ ਦੇ ਬਾਹਰ ਆ ਕੇ ਠਹਿਰੇ। ਉਹ ਪਿੰਡ ਸੂਫੀਆਂ ਦਾ ਪਿੰਡ ਸੀ, ਉਹਨਾਂ ਦਾ ਵੱਡਾ ਕੇਂਦਰ ਸੀ। ਉੱਥੇ ਬਹੁਤ ਸੂਫੀ ਸਨ, ਗੁਰੂ ਸਨ, ਪੂਰੀ ਬਸਤੀ ਹੀ ਸੂਫੀਆਂ ਦੀ ਸੀ। ਜਦੋਂ ਸੂਫੀਆਂ ਦੇ ਗੁਰੂ ਨੂੰ ਖਬਰ ਮਿਲੀ ਤਾਂ ਉਸਨੇ ਸਵੇਰੇ ਸਵੇਰੇ ਨਾਨਕ ਦੇ ਲਈ ਇੱਕ ਕਟੋਰੇ 'ਚ ਦੁੱਧ ਭਰ ਕੇ ਭੇਜਿਆ। ਦੁੱਧ ਨੱਕੋ ਨੱਕ ਭਰਿਆ ਹੋਇਆ ਸੀ, ਇੱਕ ਤੁਪਕਾ ਵੀ ਹੋਰ ਨਹੀਂ ਸਮਾ ਸਕਦਾ ਸੀ। ਨਾਨਕ ਪਿੰਡ ਤੋਂ ਬਾਹਰ ਇੱਕ
ਖੂਹ ਦੇ ਕੰਢੇ ਉੱਤੇ ਠਹਿਰੇ ਸਨ। ਉਹਨਾਂ ਨੇ ਕੋਲ ਹੀ ਲੱਗੀ ਹੋਈ ਇੱਕ ਝਾੜੀ ਤੋਂ ਫੁੱਲ ਤੋੜ ਕੇ ਉਸ ਦੁੱਧ ਦੇ ਕਟੋਰੇ 'ਚ ਪਾ ਦਿੱਤਾ। ਫੁੱਲ ਤਰ ਗਿਆ। ਫੁੱਲ ਦਾ ਭਾਰ ਕੀ? ਉਹਨੇ ਥਾਂ ਨਾ ਮੰਗੀ, ਉਹ ਉੱਤੇ ਉੱਤੇ ਹੀ ਤਿਰ ਗਿਆ ਤੇ ਕਟੋਰਾ ਮੋੜ ਕੇ ਭਿਜਵਾ ਦਿੱਤਾ। ਨਾਨਕ ਦਾ ਚੇਲਾ ਮਰਦਾਨਾ ਬਹੁਤ ਹੈਰਾਨ ਹੋਇਆ ਕਿ ਮਾਮਲਾ ਕੀ ਹੈ। ਉਸਨੇ ਪੁੱਛਿਆ ਕਿ ਮੈਂ ਕੁਝ ਸਮਝਿਆ ਨਹੀਂ, ਕੀ ਬੁਝਾਰਤ, ਇਹ ਹੋਇਆ ਕੀ? ਨਾਨਕ ਨੇ ਕਿਹਾ ਕਿ ਸੂਫੀਆਂ ਦੇ ਗੁਰੂ ਨੇ ਖਬਰ ਭੇਜੀ ਸੀ ਕਿ ਪਿੰਡ 'ਚ ਬਹੁਤ ਗਿਆਨੀ ਹਨ, ਹੁਣ ਹੋਰ ਥਾਂ ਨਹੀਂ ਹੈ। ਮੈਂ ਖਬਰ ਮੋੜ ਕੇ ਘੱਲ ਦਿੱਤੀ ਹੈ ਕਿ ਮੇਰਾ ਕੋਈ ਭਾਰ ਨਹੀਂ ਹੈ, ਮੈਂ ਥਾਂ ਮੰਗਾਂਗਾ ਹੀ ਨਹੀਂ, ਫੁੱਲ ਵਾਂਗ ਤਿਰ ਜਾਵਾਂਗਾ। ਜਿਹੜਾ ਨਿਰਭਾਰ ਹੈ ਉਹੀ ਗਿਆਨੀ ਹੈ, ਜਿਸ 'ਚ ਵਜਨ ਹੈ ਉਹ ਅਜੇ ਅਗਿਆਨੀ ਹੈ। ਤੇ ਜਦੋਂ ਤੁਹਾਡੇ 'ਚ ਭਾਰ ਆ ਜਾਂਦਾ ਹੈ ਤਾਂ ਤੁਹਾਡੇ ਕੋਲੋਂ ਦੂਜੇ ਨੂੰ ਸੱਟ ਵੱਜਦੀ ਹੈ। ਜਦੋਂ ਤੁਸੀਂ ਨਿਰਭਾਰ ਹੋ ਜਾਂਦੇ ਹੋ ਤਾਂ ਤੁਹਾਡੇ ਜੀਵਨ ਦਾ ਢੰਗ ਅਜਿਹਾ ਹੁੰਦਾ ਹੈ ਕਿ ਉਸ ਢੰਗ ਨਾਲ ਸੱਟ ਪਹੁੰਚਾਉਣਾ ਸੰਭਵ ਹੋ ਜਾਂਦਾ ਹੈ। ਅਹਿੰਸਾ ਆਪਣੇ ਆਪ ਫਲਦੀ ਹੈ, ਪ੍ਰੇਮ ਆਪਣੇ ਆਪ ਪੈਦਾ ਹੁੰਦਾ ਹੈ। ਪ੍ਰੇਮ ਨੂੰ ਕੋਈ ਲਗਾ ਨਹੀਂ ਸਕਦਾ, ਨਾ ਕੋਈ ਕਰੁਣਾ ਨੂੰ ਥੋਪ ਸਕਦਾ ਹੈ। ਜੇਕਰ ਤੁਸੀਂ ਨਿਰਭਾਰ ਹੋ ਜਾਓ, ਇਹ ਸਾਰੀਆਂ ਘਟਨਾਵਾਂ ਆਪਣੇ ਆਪ ਘਟਦੀਆਂ ਹਨ। ਜਿਵੇਂ ਆਦਮੀ ਦੇ ਪਿੱਛੇ ਛਾਨ ਚੱਲਦੀ ਹੈ, ਤਿਵੇਂ ਭਾਰੀ ਆਦਮੀ ਦੇ ਪਿੱਛੇ ਘਿਰਨਾ, ਕ੍ਰੋਧ, ਅਹਿੰਸਾ, ਹੱਤਿਆ ਚੱਲਦੀ ਹੈ। ਹਲਕੇ ਮਨੁੱਖ ਦੇ ਪਿੱਛੇ ਪ੍ਰੇਮ, ਕਰੁਣਾ, ਦਇਆ, ਪ੍ਰਾਰਥਨਾ ਆਪਣੇ ਆਪ ਚੱਲਦੀ ਹੈ। ਇਸ ਲਈ ਬੁਨਿਆਦੀ ਸਵਾਲ ਅੰਦਰੋਂ ਹੰਕਾਰ ਨੂੰ ਡਿਗਾ ਦੇਣ ਦਾ ਹੈ। ਕਿਵੇਂ ਤੁਸੀਂ ਗਿਰਾਓਗੇ ਹੰਕਾਰ ਨੂੰ? ਇੱਕ ਹੀ ਉਪਾਅ ਹੈ। ਵੇਦਾਂ ਵਿੱਚ ਉਸ ਉਪਾਅ ਨੂੰ ਰਿਤ ਕਿਹਾ ਹੈ। ਲਾਓ ਤਸੇ ਨੇ ਉਸ ਉਪਾਅ ਨੂੰ ਤਾਓ ਕਿਹਾ ਹੈ। ਬੁੱਧ ਨੇ ਧੰਮ, ਮਹਾਵੀਰ ਨੇ ਧਰਮ, ਨਾਨਕ ਦਾ ਸ਼ਬਦ ਹੈ ਹੁਕਮ, ਉਸਦੀ ਆਗਿਆ। ਉਸਦੀ ਆਗਿਆ ਨਾਲ ਜਿਹੜਾ ਤੁਰਨ ਲੱਗਾ, ਜਿਹੜਾ ਆਪਣੇ ਆਪ ਵੱਲੋਂ ਹਿਲਦਾ ਜੁਲਦਾ ਵੀ ਨਹੀਂ ਹੈ, ਜਿਸ ਦਾ ਆਪਣਾ ਕੋਈ ਭਾਵ ਨਹੀਂ, ਕੋਈ ਚਾਹ ਨਹੀਂ, ਜੋ ਆਪਣੇ ਨੂੰ ਥੋਪਣਾ ਨਹੀਂ ਚਾਹੁੰਦਾ, ਉਸ ਦੇ ਹੁਕਮ 'ਚ ਆ ਗਿਆ, ਇਹੀ ਧਾਰਮਿਕ ਆਦਮੀ ਹੈ। ਤੇ ਜਿਹੜਾ ਉਸ ਦੇ ਹੁਕਮ 'ਚ ਆ ਗਿਆ, ਉਹ ਸਭ ਕੁਝ ਪਾ ਗਿਆ। ਕੁਝ ਪਾਣ ਲਈ ਬਚਦਾ ਨਹੀਂ, ਕਿਉਂਕਿ ਉਸ ਦੇ ਹੁਕਮ ਨੂੰ ਮੰਨਣਾ ਉਸ ਦੇ ਹਿਰਦੇ ਤੱਕ ਪੁੱਜ ਜਾਣ ਦਾ ਦੁਆਰ ਹੈ। ਆਪਣੇ ਆਪ ਨੂੰ ਹੀ ਮੰਨਣਾ ਉਸ ਤੋਂ ਦੂਰ ਹਟਦੇ ਜਾਣਾ ਹੈ। ਆਪਣੇ ਆਪ ਨੂੰ ਮੰਨਣਾ ਕਿ ਤੁਸੀਂ ਪਰਮਾਤਮਾ ਦੇ ਵੱਲ ਪਿੱਠ ਕਰ ਲਈ, ਉਸ ਦੀ ਆਗਿਆ ਨੂੰ ਮੰਨਿਆ ਕਿ ਤੁਹਾਡਾ ਮੂੰਹ ਪਰਮਾਤਮਾ ਦੇ ਵੱਲ ਹੋ ਗਿਆ। ਤੁਸੀਂ ਸੂਰਜ ਵੱਲ ਪਿੱਠ ਕਰਕੇ ਜੀਵਨ ਭਰ ਦੌੜਦੇ ਰਹੇ ਤਾਂ ਵੀ ਹਨੇਰੇ 'ਚ ਰਹੋਗੇ। ਤੁਸੀਂ ਸੂਰਜ ਵੱਲ ਮੂੰਹ ਇਸੇ ਵੇਲੇ ਕਰ ਲਓ ਤਾਂ ਜਨਮਾਂ ਜਨਮਾਂਤਰਾਂ ਦਾ ਹਨੇਰਾ ਮੁੱਕ ਜਾਏਗਾ। ਪਰਮਾਤਮਾ ਦੇ ਸਨਮੁਖ ਹੋਣ ਦਾ ਇੱਕੋ ਹੀ ਉਪਾਅ ਹੈ, ਉਹ ਇਹ ਹੈ ਕਿ ਤੁਸੀਂ ਆਪਣੀ ਮਰਜ਼ੀ ਛੱਡ ਦਿਓ। ਤੁਸੀਂ ਤੈਰੋ ਨਹੀਂ, ਬਹੋ, ਤੁਸੀਂ ਤਿਰੋ, ਉਹੀ ਬਹੁਤ ਹੈ। ਤੁਸੀਂ ਅਕਾਰਨ ਹੀ ਭਾਰ ਲੈ ਰਹੇ ਹੋ। ਤੁਹਾਡੀਆਂ ਸਫਲਤਾਵਾਂ ਤੁਹਾਡੇ ਹੰਕਾਰ ਦੇ ਹੀ ਰੋਗ ਹਨ। ਤੁਹਾਡੀ ਹਾਲਤ ਉਹੋ ਜਿਹੀ ਹੈ ਜਿਹਾ ਮੈਂ ਸੁਣਿਆ ਹੈ। ਇੱਕ ਰੱਥ ਲੰਘ ਰਿਹਾ ਸੀ ਤੇ ਇੱਕ ਮੱਖੀ ਉੱਤੇ ਪਹੀਏ ਦੀ ਕਿੱਲੀ ਉੱਤੇ ਬੈਠੀ ਸੀ। ਬੜੀ ਧੂੜ ਉੱਡ ਰਹੀ ਸੀ। ਰੱਥ ਵੱਡਾ ਸੀ, 12 ਘੋੜੇ ਜੁੜੇ ਹੋਏ ਸਨ। ਬਹੁਤ ਭਿਆਨਕ ਆਵਾਜ਼, ਬੜੀ ਧੂੜ ਉੱਡ ਰਹੀ ਸੀ। ਉਸ ਮੱਖੀ ਨੇ ਆਲੇ ਦੁਆਲੇ ਵੇਖਿਆ ਤੇ ਕਿਹਾ, ਅੱਜ ਮੈਂ ਬਹੁਤ ਧੂੜ ਉਡਾ ਰਹੀ ਹਾਂ। ਰੱਥ ਨਾਲ ਉੱਡ ਰਹੀ ਹੈ ਧੂੜ, ਮੱਖੀ ਕਿੱਲੀ ਉੱਤੇ ਬੈਠੀ ਹੈ ਪਰ ਸੋਚ ਰਹੀ ਹੈ, ਅੱਜ ਮੈਂ ਬਹੁਤ ਧੂੜ ਉਡਾ ਰਹੀ ਹਾਂ। ਤੇ ਜਦ ਇੰਨੀ ਧੂੜ ਉਡਾ ਰਹੀ ਹਾਂ ਤਾਂ ਇੰਨੀ ਹੀ ਵੱਡੀ ਹਾਂ। ਤੁਸੀਂ ਸਫਲ ਵੀ ਹੁੰਦੇ ਹੋ ਉਸਦੇ ਹੀ ਕਾਰਨ, ਜੋ ਕੁਝ ਵੀ ਪਾਉਂਦੇ ਹੋ ਉਸਦੇ ਹੀ ਕਾਰਨ। ਤੁਸੀਂ ਰੱਥ ਉੱਤੇ ਬੈਠੀ ਇੱਕ ਮੱਖੀ ਤੋਂ ਜ਼ਿਆਦਾ ਨਹੀਂ ਹੋ। ਭੁੱਲ ਕੇ ਵੀ ਇਹ ਨਾ ਸੋਚਣਾ ਕਿ ਇੰਨੀ ਧੂੜ ਮੈਂ ਉਡਾ ਰਿਹਾ ਹਾਂ। ਧੂੜ ਹੈ ਤਾਂ ਉਸਦੇ ਰੱਥ ਦੀ ਹੈ, ਯਾਤਰਾ ਹੈ ਤਾਂ ਉਸਦੇ ਰੱਥ ਦੀ, ਲੇਕਿਨ ਤੁਸੀਂ ਆਪਣੇ ਆਪ ਨੂੰ ਵਿਚਕਾਰ ਨਾ ਲਿਆਓ। ਤੁਸੀਂ ਸੁਣੀ ਹੋਏਗੀ ਗੱਲ ਉਸ ਛਿਪਕਲੀ ਦੀ ਕਿ ਮਿੱਤਰਾਂ ਨੇ ਉਹਨੂੰ ਸੱਦਾ ਦਿੱਤਾ ਸੀ ਕਿ ਆਓ ਅੱਜ ਥੋੜ੍ਹਾ ਜੰਗਲ 'ਚ ਘੁੰਮ ਆਈਏ। ਉਸ ਛਿਪਕਲੀ ਨੇ ਕਿਹਾ, ਜਾਣਾ ਮੁਸ਼ਕਿਲ ਹੈ ਕਿਉਂਕਿ ਇਸ ਛੱਪਰ ਨੂੰ ਕੌਣ ਸੰਭਾਲੇਗਾ।
ਛੱਪੜ ਡਿੱਗ ਪਏਗਾ ਤਾਂ ਜ਼ਿੰਮੇਵਾਰੀ ਮੇਰੇ ਤੇ ਹੋਏਗੀ। ਛਿਪਕਲੀ ਸੋਚਦੀ ਹੈ ਕਿ ਮਹਿਲ ਦੇ ਛੱਪਰ ਨੂੰ ਉਸੇ ਨੇ ਸੰਭਾਲਿਆ ਹੋਇਆ ਹੈ। ਛਿਪਕਲੀ ਨੂੰ ਲੱਗਦਾ ਵੀ ਹੋਏਗਾ। ਤੁਸੀਂ ਸੁਣੀ ਹੋਏਗੀ ਕਹਾਣੀ ਕਿ ਇੱਕ ਬੁੱਢੀ ਔਰਤ ਦੇ ਕੋਲ ਇੱਕ ਕੁੱਕੜ ਸੀ। ਉਹ ਸਵੇਰੇ ਬਾਂਗ ਦਿੰਦਾ ਸੀ। ਉਸੇ ਵੇਲੇ ਸੂਰਜ ਚੜ੍ਹਦਾ ਸੀ। ਬੁੱਢੀ ਆਕੜ ਗਈ ਤੇ ਉਹਨੇ ਪਿੰਡ ਦੇ ਲੋਕਾਂ ਨੂੰ ਖਬਰ ਕਰ ਦਿੱਤੀ ਕਿ ਮੇਰੇ ਨਾਲ ਜ਼ਰਾ ਸੋਚ ਸਮਝ ਕੇ ਵਰਤਾਓ ਕਰਨਾ, ਢੰਗ ਤੇ ਇੱਜ਼ਤ ਨਾਲ, ਕਿਉਂਕਿ ਜੇਕਰ ਮੈਂ ਆਪਣੇ ਕੁੱਕੜ ਨੂੰ ਲੈ ਕੇ ਦੂਜੇ ਪਿੰਡ ਚਲੀ ਗਈ ਤਾਂ ਯਾਦ ਰੱਖਣਾ, ਸੂਰਜ ਇਸ ਪਿੰਡ 'ਚ ਕਦੇ ਨਹੀਂ ਚੜ੍ਹੇਗਾ। ਮੇਰਾ ਕੁੱਕੜ ਜਦੋਂ ਬਾਂਗ ਦਿੰਦਾ ਹੈ ਤਦ ਸੂਰਜ ਚੜ੍ਹਦਾ ਹੈ। ਤੇ ਗੱਲ ਸੱਚੀ ਸੀ। ਰੋਜ਼ ਕੁੱਕੜ ਬਾਂਗ ਦਿੰਦਾ ਸੀ ਤਾਂ ਸੂਰਜ ਚੜ੍ਹਦਾ ਸੀ। ਪਿੰਡ ਦੇ ਲੋਕ ਹੱਸੇ। ਲੋਕਾਂ ਨੇ ਮਖੌਲ ਉਡਾਇਆ ਕਿ ਤੂੰ ਪਾਗਲ ਹੋ ਗਈ ਹੈ। ਤਾਂ ਬੁੱਢੀ ਨਾਰਾਜ਼ਗੀ 'ਚ ਦੂਜੇ ਪਿੰਡ ਚਲੀ ਗਈ। ਕੁੱਕੜ ਨੇ ਬਾਂਗ ਦਿੱਤੀ ਤੇ ਦੂਜੇ ਪਿੰਡ 'ਚ ਸੂਰਜ ਚੜ੍ਹਿਆ। ਤਾਂ ਬੁੱਢੀ ਨੇ ਕਿਹਾ, ਹੁਣ ਰੋਣਗੇ, ਹੁਣ ਬੈਠ ਕੇ ਪਿੱਟਣਗੇ। ਨਾ ਰਿਹਾ ਕੁੱਕੜ ਤੇ ਨਾ ਚੜ੍ਹੇਗਾ ਸੂਰਜ। ਤੁਹਾਡਾ ਤਰਕ ਵੀ, ਬੁੱਢੀ ਦਾ ਤਰਕ ਵੀ ਹੈ ਤਾਂ ਬਹੁਤ ਸਾਫ਼, ਕਿਉਂਕਿ ਅਜਿਹਾ ਕਦੇ ਨਹੀਂ ਹੋਇਆ ਕਿ ਕੁੱਕੜ ਦੇ ਬਾਂਗ ਦਿੱਤੇ ਬਿਨਾਂ ਸੂਰਜ ਚੜ੍ਹਿਆ ਹੋਵੇ। ਪਰ ਗੱਲ ਬਿਲਕੁਲ ਉਲਟੀ ਹੈ। ਸੂਰਜ ਚੜ੍ਹਦਾ ਹੈ, ਇਸ ਲਈ ਕੁੱਕੜ ਬਾਂਗ ਦਿੰਦਾ ਹੈ। ਬਾਂਗ ਦੇਣ ਦੇ ਕਾਰਨ ਸੂਰਜ ਨਹੀਂ ਚੜ੍ਹਦਾ। ਪਰ ਬੁੱਢੀ ਨੂੰ ਕੌਣ ਸਮਝਾਏ? ਤੁਹਾਨੂੰ ਕੌਣ ਸਮਝਾਏ? ਬੁੱਢੀ ਦੂਜੇ ਪਿੰਡ ਚਲੀ ਗਈ ਤੇ ਜਦ ਉਹਨੇ ਵੇਖਿਆ ਕਿ ਸੂਰਜ ਹੁਣ ਇੱਥੇ ਚੜ੍ਹ ਰਿਹਾ ਹੈ ਤੇ ਜਦ ਇੱਥੇ ਚੜ੍ਹ ਰਿਹਾ ਹੈ ਤਾਂ ਹੋਰ ਪਿੰਡ 'ਚ ਕਿਵੇਂ ਚੜ੍ਹੇਗਾ? ਤੁਸੀਂ ਆਪਣੀ ਤੁੱਛ ਬੁੱਧੀ ਨਾਲ ਛੋਟੇ ਘੇਰੇ 'ਚ ਸੋਚਦੇ ਹੋ। ਤੁਹਾਡੇ ਕਾਰਨ ਪਰਮਾਤਮਾ ਨਹੀਂ ਹੈ, ਪਰਮਾਤਮਾ ਦੇ ਕਾਰਨ ਤੁਸੀਂ ਹੋ। ਇਹ ਸਵਾਸ ਤੁਹਾਡੇ ਕਾਰਨ ਨਹੀਂ ਚੱਲ ਰਹੇ, ਉਸਦੇ ਕਾਰਨ ਚੱਲ ਰਹੇ ਹਨ। ਪ੍ਰਾਰਥਨਾ ਵੀ ਤੁਸੀਂ ਨਹੀਂ ਕਰਦੇ ਹੋ, ਉਹੀ ਤੁਹਾਡੇ ਅੰਦਰ ਪ੍ਰਾਰਥਨਾ ਬਣਦਾ ਹੈ। ਇਸ ਭਾਵ ਨੂੰ ਖਿਆਲ 'ਚ ਲੈ ਲਓ ਤਾਂ ਨਾਨਕ ਦੇ ਇਹ ਸ਼ਬਦ ਸਮਝ ਆ ਜਾਣਗੇ। ਇੱਕ ਸ਼ਬਦ ਵਡਮੁੱਲਾ ਹੈ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮ ਨਾਲ ਆਕਾਰ ਦੀ ਉਤਪਤੀ ਹੋਈ। ਉਸ ਹੁਕਮ ਨੂੰ ਸ਼ਬਦਾਂ 'ਚ ਨਹੀਂ ਕਿਹਾ ਜਾ ਸਕਦਾ। ਹੁਕਮ ਦਾ ਅਰਥ ਠੀਕ ਤਰ੍ਹਾਂ ਸਮਝ ਲੈਣਾ। ਦ ਕਾਸਮਿਕ ਲਾਅ, ਉਹ ਜੋ ਸਾਰੇ ਜੀਵਨ ਨੂੰ ਚਲਾਉਣ ਵਾਲਾ ਮਹਾਨਿਯਮ ਹੈ, ਹੁਕਮ ਦਾ ਇਹੀ ਅਰਥ ਹੈ। ਹੁਕਮ ਨਾਲ ਹੀ ਜੀਆਂ ਦੀ ਉਤਪਤੀ ਹੋਈ, ਹੁਕਮ ਨਾਲ ਹੀ ਵਡਿਆਈ ਮਿਲਦੀ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਜਦ ਤੁਸੀਂ ਜਿੱਤੋ ਤਾਂ ਇਹ ਨਾ ਸੋਚਣਾ ਕਿ ਮੈਂ ਜਿੱਤ ਰਿਹਾ ਹਾਂ, ਤੇ ਜੇਕਰ ਤੁਸੀਂ ਜਿੱਤ ਵਿੱਚ ਵੀ ਨਾ ਸੋਚੋਗੇ ਕਿ ਮੈਂ ਜਿੱਤ ਰਿਹਾ, ਤਾਂ ਹਾਰ ਕੇ ਵੀ ਤੁਸੀਂ ਪਾਓਗੇ ਕਿ ਮੈਂ ਨਹੀਂ ਹਾਰਿਆ। ਉਹੀ ਜਿੱਤਦਾ, ਉਹੀ ਹਾਰਦਾ, ਉਸਦੀ ਹੀ ਖੇਡ ਹੈ। ਇਸ ਲਈ ਹਿੰਦੂ ਇਸ ਪੂਰੇ ਜਗਤ ਨੂੰ ਲੀਲਾ ਕਹਿੰਦੇ ਹਨ। ਲੀਲਾ ਦਾ ਮਤਲਬ ਹੈ ਹਾਰਦਾ ਵੀ ਉਹੀ ਤੇ ਜਿੱਤਦਾ ਵੀ ਉਹੀ। ਇਸ ਹੱਥ ਨਾਲ ਜਿੱਤਦਾ ਹੈ, ਉਸ ਹੱਥ ਨਾਲ ਹਾਰਦਾ ਹੈ। ਲੇਕਿਨ ਜਿੱਤਣ ਤੇ ਹਾਰਨ ਵਾਲੇ ਵਿਚਕਾਰ ਹੀ ਸੋਚ ਲੈਂਦੇ ਹਨ। ਜੋ ਉਪਕਰਨ ਹਨ, ਜੋ ਨਿਮਿਤ ਹਨ, ਜੋ ਮਾਧਿਅਮ ਹਨ, ਉਹ ਇਹ ਸਮਝ ਲੈਂਦੇ ਹਨ ਅਸੀਂ ਕਰਤਾ ਹਾਂ। ਕ੍ਰਿਸ਼ਨ ਅਰਜਨ ਨੂੰ ਗੀਤਾ 'ਚ ਕਹਿ ਰਹੇ ਹਨ ਕਿ ਤੂੰ ਫਾਲਤੂ ਆਪਣੇ ਆਪ ਨੂੰ ਵਿਚਕਾਰ ਨਾ ਲਿਆ। ਉਹੀ ਕਰ ਰਿਹਾ ਹੈ, ਉਹੀ ਕਰਾ ਰਿਹਾ ਹੈ। ਯੁੱਧ ਉਸਦਾ ਆਯੋਜਨ ਹੈ। ਜਿਸ ਨੂੰ ਮਾਰਨਾ ਹੈ ਉਹ ਮਾਰੇਗਾ, ਜਿਨ੍ਹਾਂ ਨੂੰ ਬਚਾਉਣਾ ਹੈ ਉਹ ਬਚਾਏਗਾ। ਤੂੰ ਇਹ ਨਾ ਸੋਚ ਕਿ ਤੂੰ ਮਾਰਨ ਵਾਲਾ ਹੈ ਤੇ ਤੂੰ ਹੀ ਬਚਾਉਣ ਵਾਲਾ ਹੈ। ਕ੍ਰਿਸ਼ਨ ਪੂਰੀ ਗੀਤਾ ਵਿੱਚ ਜੋ ਕਹਿੰਦੇ ਹਨ, ਉਹੀ ਨਾਨਕ ਇਹਨਾਂ ਸ਼ਬਦਾਂ 'ਚ ਕਹਿੰਦੇ ਹਨ। ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ। ਉਹੀ ਛੋਟੇ ਵੱਡੇ ਨੂੰ ਜਨਮ ਦੇ ਰਿਹਾ ਹੈ। ਇਹ ਥੋੜਾ ਸੋਚਣ ਵਰਗਾ ਹੈ। ਜੇਕਰ ਉਹੀ ਛੋਟੇ ਵੱਡੇ ਨੂੰ ਜਨਮ ਦੇ ਰਿਹਾ ਹੈ ਤਾਂ ਫਿਰ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਕਿਉਂਕਿ ਦੋਹਾਂ ਦਾ ਬਣਾਉਣ ਵਾਲਾ ਉਹੋ ਹੀ ਹੈ। ਤੁਸੀਂ ਇੱਕ ਛੋਟੀ ਮੂਰਤੀ ਬਣਾਈ ਜਾਂ ਇੱਕ ਵੱਡੀ ਮੂਰਤੀ ਬਣਾਈ, ਬਣਾਉਣ ਵਾਲੇ ਤੁਸੀਂ ਹੀ ਹੋ। ਜਦ ਕਰਤਾ ਇੱਕ ਹੈ ਤਾਂ ਕੌਣ ਵੱਡਾ ਕੌਣ ਛੋਟਾ? ਜਦ ਦੋਹਾਂ 'ਚ ਉਸਦਾ ਹੀ ਹੱਥ ਹੈ, ਪਰ ਅਸੀਂ ਸੋਚਦੇ ਹਾਂ ਮੈਂ ਛੋਟਾ,
ਮੈਂ ਵੱਡਾ, ਤੇ ਜੀਵਨ ਭਰ ਅਸੀਂ ਦੁੱਖ ਉਠਾਉਂਦੇ ਹਾਂ। ਤੇ ਤੁਸੀਂ ਇੰਨੇ ਵੱਡੇ ਕਦੇ ਨਹੀਂ ਹੋਗੇ ਕਿ ਤੁਸੀਂ ਤ੍ਰਿਪਤ ਹੋ ਜਾਓ। ਜੇਕਰ ਤੁਸੀਂ ਰੂਪ ਨੂੰ ਵੇਖਿਆ, ਆਪਣੇ ਆਕਾਰ ਨੂੰ ਵੇਖਿਆ, ਤਾਂ ਤੁਸੀਂ ਕਦੇ ਓਨੇ ਵੱਡੇ ਨਾ ਹੋ ਸਕੋਗੇ ਕਿ ਤ੍ਰਿਪਤ ਹੋ ਜਾਓ। ਆਕਾਰ ਤਾਂ ਛੋਟਾ ਹੀ ਹੋਏਗਾ, ਕਿੰਨਾ ਹੀ ਵੱਡਾ ਕਿਉਂ ਨਾ ਹੋਵੇ। ਲੇਕਿਨ ਜੇਕਰ ਤੁਸੀਂ ਨਿਰਾਕਾਰ ਦੇ ਹੱਥ ਆਪਣੇ ਆਕਾਰ 'ਚ ਦੇਖੇ, ਤਾਂ ਤੁਸੀਂ ਉਸੇ ਪਲ ਵੱਡੇ ਹੋ ਗਏ। ਬਣਾਉਣ ਵਾਲਾ ਉਹੀ ਹੈ। ਇੱਕ ਨਿੱਕੇ ਜਿਹੇ ਘਾਹ ਨੂੰ ਵੀ ਉਹੀ ਬਣਾਉਂਦਾ ਹੈ। ਦੂਰ ਅਸਮਾਨ ਨੂੰ ਛੂੰਹਦੇ ਦੇਵਦਾਰ ਦੇ ਰੁੱਖ ਨੂੰ ਵੀ ਉਹੀ ਬਣਾਉਂਦਾ ਹੈ। ਜੇਕਰ ਦੋਨਾਂ ਦੇ ਪਿੱਛੇ ਉਸੇ ਦਾ ਹੱਥ ਹੈ, ਤਾਂ ਕੌਣ ਵੱਡਾ ਕੌਣ ਛੋਟਾ? ਉਸੇ ਦੀ ਹਾਰ ਹੈ, ਉਸੇ ਦੀ ਜਿੱਤ ਹੈ। ਫਿਰ ਅਸੀਂ ਸਾਰੇ ਸ਼ਤਰੰਜ ਦੇ ਮੋਹਰੇ ਹਾਂ। ਜਿੱਤੇ ਤਾਂ ਉਹ, ਹਾਰੇ ਤਾਂ ਉਹੀ। ਵਡਿਆਈ ਮਿਲੇ ਤਾਂ ਉਸਨੂੰ, ਬੁਰਾਈ ਮਿਲੇ ਤਾਂ ਉਸਨੂੰ। ਧਿਆਨ ਰੱਖਣਾ, ਤੁਸੀਂ ਬਹੁਤ ਵਾਰੀ ਭਗਤਾਂ ਦੇ ਬਚਨ ਸੁਣੇ ਹੋਣਗੇ, ਪੜ੍ਹੇ ਹੋਣਗੇ। ਅਨੇਕ ਭਗਤ ਤੁਸੀਂ ਪਾਏ ਹੋਣਗੇ ਜੋ ਕਹਿੰਦੇ ਵਡਿਆਈ ਤੇਰੀ, ਬੁਰਾਈ ਮੇਰੀ। ਉੱਪਰੋਂ ਵੇਖਣ ਨੂੰ ਬਹੁਤ ਚੰਗਾ ਲੱਗਦਾ ਹੈ। ਉਹ ਕਹਿੰਦੇ ਹਨ ਜੋ ਜੋ ਭਲਾ ਹੈ ਤੇਰਾ, ਜੋ ਜੋ ਬੁਰਾ ਹੈ ਮੇਰਾ। ਜਾਪਦਾ ਹੈ ਵੱਡਾ ਨਿਮਰਤਾਵਾਨ ਹੈ, ਪਰ ਜੇਕਰ ਭਲਾਈ ਤੇਰੀ ਤਾਂ ਬੁਰਾਈ ਮੇਰੀ ਕਿਵੇਂ ਹੋ ਸਕੇਗੀ? ਇਹ ਨਿਮਰਤਾ ਝੂਠੀ ਹੈ। ਇਹ ਨਿਮਰਤਾ ਸੱਚੀ ਨਹੀਂ ਹੈ, ਕਿਉਂਕਿ ਸੱਚੀ ਨਿਮਰਤਾ ਤਾਂ ਸਾਰਾ ਕੁਝ ਦੇ ਦੇਵੇਗੀ, ਕੁਝ ਵੀ ਨਹੀਂ ਬਚਾਏਗੀ। ਤੁਸੀਂ ਆਪਣੇ ਹੰਕਾਰ ਲਈ ਥੋੜਾ ਸਹਾਰਾ ਫੇਰ ਬਚਾ ਲਿਆ, ਤੇ ਤੁਸੀਂ ਕਿੰਨਾ ਉੱਪਰੋਂ ਉੱਪਰੋਂ ਕਹੋ ਕਿ ਭਲਾਈ ਤੇਰੀ ਹੈ ਤੇ ਬੁਰਾਈ ਮੇਰੀ, ਪਰ ਜਦ ਬੁਰਾਈ ਮੇਰੀ ਹੈ ਤਾਂ ਭਲਾਈ ਤੇਰੀ ਹੋਏਗੀ ਕਿਵੇਂ? ਅਸਫਲਤਾ ਮੇਰੀ ਤੇ ਸਫਲਤਾ ਤੇਰੀ, ਇਹ ਗੱਲ ਥੋਥੀ ਹੈ। ਜਾਂ ਤਾਂ ਦੋਵੇਂ ਮੇਰੇ ਹੋਣਗੇ ਜਾਂ ਦੋਵੇਂ ਤੇਰੇ ਹੋਣਗੇ। ਇਸ ਲਈ ਝੂਠੀ ਨਿਮਰਤਾ ਤੇ ਸੱਚੀ ਨਿਮਰਤਾ ਵਿੱਚ ਬਹੁਤ ਫਰਕ ਹੈ। ਝੂਠੀ ਨਿਮਰਤਾ ਕਹਿੰਦੀ ਹੈ ਕਿ ਮੈਂ ਤੁਹਾਡੇ ਪੈਰਾਂ ਦੀ ਧੂੜ ਹਾਂ, ਪਰ ਹਾਂ ਜ਼ਰੂਰ। ਤੇ ਜਦ ਕੋਈ ਆਦਮੀ ਕਹਿੰਦਾ ਮੈਂ ਤੁਹਾਡੇ ਪੈਰਾਂ ਦੀ ਧੂੜ ਹਾਂ, ਤਾਂ ਉਹਦੀਆਂ ਅੱਖਾਂ 'ਚ ਵੇਖਣਾ, ਉਹ ਤੁਹਾਡੇ ਕੋਲੋਂ ਉਮੀਦ ਕਰ ਰਿਹਾ ਹੈ ਕਿ ਤੁਸੀਂ ਵੀ ਕਹੋ ਕਿ ਨਹੀਂ ਨਹੀਂ, ਤੁਸੀਂ ਤੇ ਇਹੋ ਜਿਹੇ, ਮੈਂ ਤੁਹਾਡੇ ਪੈਰਾਂ ਦੀ ਧੂੜ ਹਾਂ। ਉਹਦੀਆਂ ਅੱਖਾਂ 'ਚ ਚਾਹ ਹੈ। ਤੇ ਜੇ ਤੁਸੀਂ ਮੰਨ ਲਓ ਕਿ ਬਿਲਕੁਲ ਠੀਕ ਕਹਿੰਦੇ ਹੋ, ਤਾਂ ਇਹੀ ਤਾਂ ਮੇਰਾ ਵਿਚਾਰ ਹੈ। ਉਹ ਆਦਮੀ ਹਮੇਸ਼ਾ ਲਈ ਦੁਸ਼ਮਣ ਹੋ ਜਾਏਗਾ, ਕਦੇ ਤੁਹਾਨੂੰ ਮਾਫ ਨਹੀਂ ਕਰ ਸਕੇਗਾ। ਵਡਿਆਈ ਵੀ ਉਸਦੀ, ਬੁਰਾਈ ਵੀ ਉਸਦੀ। ਅਸੀਂ ਵਿਚਕਾਰ ਆਉਂਦੇ ਹੀ ਨਹੀਂ। ਅਸੀਂ ਤਾਂ ਬਾਂਸ ਦੀ ਪੂਰੀ ਹੋ ਗਏ। ਉਹ ਗੀਤ ਜਿਹੋ ਜਿਹਾ ਗਾਏ ਉਸਦਾ। ਇੰਨੀ ਵੀ ਆਕੜ ਆਪਣੀ ਕਿਉਂ ਬਚਾ ਕੇ ਰੱਖਣੀ ਕਿ ਜੇਕਰ ਭੁੱਲ ਚੁੱਕ ਹੋਵੇ ਤਾਂ ਮੇਰੀ, ਤਦ ਤਾਂ ਮੈਂ ਬਚ ਗਿਆ। ਤਦ ਥੋੜਾ ਜਿਹਾ ਮੈਂ ਆਪਣੇ ਆਪ ਨੂੰ ਬਚਾ ਲਿਆ। ਅਤੇ ਮੈਂ ਇਹੋ ਜਿਹਾ ਰੋਗ ਹੈ, ਤੁਸੀਂ ਥੋੜਾ ਜਿਹਾ ਬਚਾਓ, ਸਾਰਾ ਬਚ ਜਾਂਦਾ ਹੈ। ਜਾਂ ਤਾਂ ਉਹਨੂੰ ਪੂਰਾ ਛੱਡੋ ਜਾਂ ਉਹ ਪੂਰਾ ਬਚਦਾ ਹੈ। ਤੁਸੀਂ ਉਹਨੂੰ ਰਤੀ ਕੁ ਵੀ ਬਚਾਓ ਤਾਂ ਵੀ ਉਹ ਪੂਰੇ ਦਾ ਪੂਰਾ ਬਚਦਾ ਹੈ। ਉਹ ਕਿਤੇ ਗਿਆ ਨਹੀਂ, ਤੁਸੀਂ ਲੁਕਾਇਆ ਹੈ। ਨਾਨਕ ਕਹਿੰਦੇ ਹਨ, ਹੁਕਮ ਨਾਲ ਆਕਾਰ ਦੀ ਉਤਪਤੀ ਹੋਈ। ਹੁਕਮ ਨੂੰ ਸ਼ਬਦਾਂ 'ਚ ਕਿਹਾ ਨਹੀਂ ਜਾ ਸਕਦਾ। ਜੀਵਨ ਵਿੱਚ ਜੋ ਵੀ ਮਹੱਤਵਪੂਰਨ ਹੈ ਉਸਨੂੰ ਸ਼ਬਦਾਂ 'ਚ ਨਹੀਂ ਕਿਹਾ ਜਾ ਸਕਦਾ। ਤੇ ਹੁਕਮ ਤਾਂ ਸਭ ਤੋਂ ਮਹੱਤਵਪੂਰਨ ਗੱਲ ਹੈ। ਉਸਦੇ ਪਾਰ ਤਾਂ ਕੁਝ ਵੀ ਨਹੀਂ ਹੈ। ਸ਼ਬਦ ਤਾਂ ਕੰਮ ਚਲਾਊ ਹਨ। ਸਧਾਰਨ ਜੀਵਨ ਦਾ ਕੰਮ ਚੱਲ ਜਾਂਦਾ ਹੈ, ਪਰ ਅਸਾਧਾਰਨ ਨੂੰ ਸ਼ਬਦਾਂ 'ਚ ਪ੍ਰਗਟ ਕਰਨ ਦਾ ਕੋਈ ਉਪਾਅ ਨਹੀਂ ਹੈ। ਉਪਾਏ ਨਾ ਹੋਣ ਦੇ ਕਈ ਕਾਰਨ ਹਨ, ਉਹ ਸਮਝ ਲੈਣੇ ਚਾਹੀਦੇ ਹਨ। ਇੱਕ, ਉਸ ਅਲੌਕਿਕ ਦੀ ਪ੍ਰਤੀਤੀ ਮੌਨ 'ਚ ਹੁੰਦੀ ਹੈ, ਤੇ ਜਿਸ ਨੂੰ ਅਸੀਂ ਮੌਨ 'ਚ ਜਾਣਦੇ ਹਾਂ ਉਸ ਨੂੰ ਸ਼ਬਦਾਂ 'ਚ ਕਿਵੇਂ ਕਹਾਂਗੇ? ਸ਼ਬਦ ਅਤੇ ਮੌਨ ਇੱਕ ਦੂਜੇ ਦੇ ਉਲਟ ਹਨ। ਜਦੋਂ ਉਸ ਦਾ ਅਨੁਭਵ ਹੁੰਦਾ ਹੈ ਤਾਂ ਅੰਦਰ ਕੋਈ ਸ਼ਬਦ ਨਹੀਂ ਹੁੰਦੇ, ਤਦ ਪਰਮ ਸੰਨਾਟਾ ਹੁੰਦਾ ਹੈ। ਉਸ ਪਰਮ ਸੰਨਾਟੇ 'ਚ ਉਸਦੀ ਪ੍ਰਤੀਤੀ ਹੁੰਦੀ ਹੈ। ਤਾਂ ਜਿਸ ਨੂੰ ਸ਼ੂਨਿਆ 'ਚ ਜਾਣਾ ਹੈ ਉਹਨੂੰ ਸ਼ਬਦਾਂ 'ਚ ਕਿਵੇਂ ਬੰਨਾਂਗੇ? ਮਾਧਿਅਮ ਬਦਲ ਗਿਆ। ਸ਼ੂਨਿਆ ਵੱਖਰਾ ਮਾਧਿਅਮ ਹੈ। ਸ਼ੂਨਿਆ ਨਿਰਾਕਾਰ ਦਾ ਮਾਧਿਅਮ ਹੈ। ਸ਼ਬਦ ਆਕਾਰ ਹਨ, ਸਾਰੇ ਸ਼ਬਦ ਆਕਾਰ ਦਿੰਦੇ ਹਨ, ਤਾਂ ਨਿਰਾਕਾਰ ਨੂੰ ਆਕਾਰ 'ਚ ਕਿਵੇਂ ਬੰਨੋਗੇ? ਇਸ ਲਈ ਜਿਨ੍ਹਾਂ ਨੇ ਵੀ ਜਾਣਿਆ ਹੈ ਉਹਨਾਂ ਲਈ ਵੱਡੀ ਅੜਚਨ ਹੈ। ਕਿਵੇਂ ਕਹੀਏ ਉਹਨੂੰ? ਇਵੇਂ ਹੀ ਸਮਝੋ ਕਿ ਤੁਸੀਂ ਇੱਕ ਸੋਹਣਾ ਸੰਗੀਤ ਸੁਣਿਆ ਹੈ ਤੇ ਤੁਸੀਂ ਕਿਸੇ ਬੋਲੇ ਨੂੰ ਸਮਝਾਉਣਾ ਚਾਹੁੰਦੇ ਹੋ।
ਸੂਫੀਆਂ ਦੀ ਇੱਕ ਪੁਰਾਣੀ ਕਹਾਣੀ ਹੈ। ਇੰਜ ਹੋਇਆ ਕਿ ਇੱਕ ਚਰਵਾਹਾ ਆਪਣੀਆਂ ਭੇਡਾਂ ਨੂੰ ਇੱਕ ਪਹਾੜ ਦੇ ਕੰਢੇ ਤੇ ਚਾਰ ਰਿਹਾ ਸੀ। ਦੁਪਹਿਰ ਹੋ ਗਈ। ਰਾਹ ਵੇਖਦਾ ਵੇਖਦਾ ਥੱਕ ਗਿਆ। ਉਸਦੀ ਘਰਵਾਲੀ ਭੋਜਨ ਲੈ ਕੇ ਨਾ ਆਈ। ਇੰਜ ਤਾਂ ਕਦੇ ਨਹੀਂ ਹੋਇਆ ਸੀ। ਭੁੱਖ ਉਹਨੂੰ ਜ਼ੋਰਾਂ ਦੀ ਲੱਗੀ ਹੋਈ ਸੀ। ਫਿਰ ਉਸਨੂੰ ਚਿੰਤਾ ਵੀ ਹੋਣ ਲੱਗੀ ਕਿ ਕਿਤੇ ਪਤਨੀ ਬਿਮਾਰ ਤਾਂ ਨਹੀਂ ਹੋ ਗਈ, ਕਿਤੇ ਦੁਰਘਟਨਾ ਤਾਂ ਨਹੀਂ ਹੋ ਗਈ। ਇਸ ਤਰ੍ਹਾਂ ਕਦੇ ਹੋਇਆ ਹੀ ਨਹੀਂ ਸੀ। ਪਰ ਸੀ ਉਹ ਬੋਲਾ। ਉਹਨੇ ਆਲੇ ਦੁਆਲੇ ਵੇਖਿਆ ਕਿ ਕੋਈ ਆਦਮੀ ਹੋਵੇ। ਵੇਖਿਆ ਕਿ ਇੱਕ ਲੱਕੜਹਾਰਾ ਲੱਕੜੀਆਂ ਵੱਢ ਰਿਹਾ ਸੀ। ਉਹ ਦਰਖਤ ਉੱਤੇ ਚੜ੍ਹਿਆ ਸੀ। ਉਹ ਦਰਖਤ ਹੇਠਾਂ ਪੁੱਜਾ। ਉਹਨੇ ਕਿਹਾ, ਮੇਰੇ ਭਰਾ, ਜ਼ਰਾ ਮੇਰੀਆਂ ਭੇਡਾਂ ਦਾ ਖਿਆਲ ਕਰੀ। ਮੈਂ ਜ਼ਰਾ ਘਰ ਹੋ ਆਵਾਂ। ਪਤਨੀ ਭੋਜਨ ਨਹੀਂ ਲਿਆਈ ਹੈ, ਭੱਜ ਕੇ ਹੁਣੇ ਲੈ ਆਵਾਂਗਾ। ਉਹ ਆਦਮੀ ਵੀ ਬੋਲਾ ਸੀ ਜਿਹੜਾ ਲੱਕੜੀਆਂ ਵੱਢ ਰਿਹਾ ਸੀ। ਉਹਨੇ ਕਿਹਾ, ਜਾ ਜਾ, ਸਾਡੇ ਕੋਲ ਗੱਲਬਾਤ ਕਰਨ ਲਈ ਕੋਈ ਵਕਤ ਨਹੀਂ ਹੈ। ਮੈਂ ਆਪਣੇ ਕੰਮ 'ਚ ਲੱਗਿਆ ਹੋਇਆ, ਤੈਨੂੰ ਗੱਲਬਾਤ ਦੀ ਸੁੱਝੀ ਹੈ। ਜਦ ਉਸਨੇ ਕਿਹਾ ਜਾ ਜਾ, ਤਾਂ ਇਹ ਸਮਝਿਆ ਕਿ ਉਹ ਕਹਿ ਰਿਹਾ ਕਿ ਤੂੰ ਜਾ ਆਪਣੀ ਰੋਟੀ ਲੈ ਆ, ਮੈਂ ਤੇਰੀਆਂ ਭੇਡਾਂ ਬੱਕਰੀਆਂ ਦਾ ਧਿਆਨ ਕਰਾਂਗਾ। ਉਹ ਨੱਠਦਾ ਹੋਇਆ ਘਰ ਗਿਆ, ਰੋਟੀ ਲੈ ਕੇ ਆਇਆ। ਮੁੜ ਕੇ ਉਸਨੇ ਆਪਣੀਆਂ ਭੇਡਾਂ ਦੀ ਗਿਣਤੀ ਕੀਤੀ। ਲੱਗਿਆ ਕਿ ਠੀਕ ਹਨ। ਧੰਨਵਾਦ ਦੇਣ ਗਿਆ ਕਿ ਆਦਮੀ ਬੜਾ ਪਿਆਰਾ ਹੈ, ਚੰਗਾ ਹੈ, ਇਮਾਨਦਾਰ ਹੈ, ਫਿਕਰ ਰੱਖਿਆ, ਇੱਕ ਵੀ ਭੇਡ ਕਿਧਰੇ ਨਹੀਂ ਗਈ। ਫਿਰ ਉਹਨੂੰ ਖਿਆਲ ਆਇਆ, ਧੰਨਵਾਦ ਕੋਰਾ ਕੀ ਦੇਣਾ ਹੈ। ਇੱਕ ਲੰਗੜੀ ਭੇਡ ਸੀ ਉਹਦੇ ਕੋਲ, ਉਹਨੂੰ ਅੱਜ ਨਹੀਂ ਕੱਲ੍ਹ ਵੱਢਣਾ ਹੀ ਸੀ। ਇਹਨੂੰ ਭੇਟ ਕਰ ਦਿੰਦਾ। ਉਹ ਲੰਗੜੀ ਭੇਡ ਲੈ ਕੇ ਆਇਆ। ਉਹਨੇ ਕਿਹਾ, ਮੇਰੇ ਭਰਾ, ਬਹੁਤ ਬਹੁਤ ਧੰਨਵਾਦ, ਤੇਰੀ ਬੜੀ ਕਿਰਪਾ। ਇਹ ਭੇਡ ਤੁਸੀਂ ਸਵੀਕਾਰ ਕਰ ਲਓ, ਉੱਦਾਂ ਵੀ ਇਹਨੂੰ ਵੱਢਣਾ ਹੀ ਸੀ। ਦੂਜੇ ਬੋਲੇ ਨੇ ਕਿਹਾ, ਤੇਰਾ ਕੀ ਮਤਲਬ, ਮੈਂ ਤੇਰੀ ਭੇਡ ਲੰਗੜੀ ਕੀਤੀ ਹੈ। ਬਹਿਸ ਵੱਧ ਗਈ ਕਿਉਂਕਿ ਇੱਕ ਚੀਖ ਰਿਹਾ ਸੀ, ਮੈਂ ਤੇਰੀ ਭੇਡ ਵੇਖੀ ਨਹੀਂ, ਮੈਨੂੰ ਮਤਲਬ ਕੀ। ਤੇ ਦੂਜਾ ਕਹਿ ਰਿਹਾ ਸੀ, ਮੇਰੇ ਭਾਈ, ਇਹਨੂੰ ਸਵੀਕਾਰ ਕਰ ਲਓ। ਪਰ ਦੋਨੋਂ ਬੋਲੇ ਸਨ। ਇਹੀ ਕਠਿਨਾਈ ਸੀ। ਇੱਕ ਰਾਹਗੀਰ ਇੱਕ ਘੋੜੇ ਉੱਤੇ, ਇੱਕ ਚੋਰ ਜਿਹੜਾ ਘੋੜਾ ਚੋਰੀ ਕਰਕੇ ਜਾ ਰਿਹਾ ਸੀ, ਉਹ ਰਾਹ ਭਟਕ ਗਿਆ ਸੀ। ਇਹਨਾਂ ਦੋ ਬੰਦਿਆਂ ਤੋਂ ਪੁੱਛਣ ਆਇਆ ਸੀ। ਇਹਨਾਂ ਦੋਹਾਂ ਨੇ ਇਹਨੂੰ ਫੜ ਲਿਆ। ਉਹ ਵੀ ਬੋਲਾ ਸੀ। ਉਹ ਸਮਝਿਆ ਕਿ ਫੜਿਆ ਗਿਆ। ਇਹੀ ਘੋੜੇ ਦੇ ਮਾਲਕ ਹਨ। ਇਹ ਦੋਵੇਂ ਉਹਨੂੰ ਕਹਿਣ ਲੱਗੇ ਕਿ ਭਰਾ, ਜ਼ਰਾ ਉਹਨੂੰ ਸਮਝਾ ਦੇ ਕਿ ਮੈਂ ਇਹਨੂੰ ਭੇਟ ਦੇ ਰਿਹਾ ਤੇ ਇਹ ਖਾਮਖਾ ਨਾਰਾਜ਼ ਹੋ ਰਿਹਾ, ਚੀਖ ਰਿਹਾ। ਅਤੇ ਉਹ ਦੂਜਾ ਬੋਲਿਆ ਕਿ ਮੈਂ ਇਹਦੀਆਂ ਭੇਡਾਂ ਨੂੰ ਹੱਥ ਵੀ ਨਹੀਂ ਲਾਇਆ, ਲੰਗੜੀ ਹੋਣ ਦਾ ਕੋਈ ਸਵਾਲ ਹੀ ਨਹੀਂ। ਤੀਜੇ ਨੇ ਕਿਹਾ, ਭਾਈ, ਘੋੜਾ ਜਿਹਦਾ ਵੀ ਹੈ ਲੈ ਲਓ, ਮੈਥੋਂ ਜਿਹੜੀ ਭੁੱਲ ਹੋ ਗਈ ਮੈਨੂੰ ਮਾਫ਼ ਕਰੋ। ਇਹ ਬਹਿਸ ਚੱਲ ਹੀ ਰਹੀ ਸੀ ਤੇ ਕੋਈ ਰਾਹ ਵਿਖਾਈ ਨਹੀਂ ਦਿੰਦਾ ਸੀ ਕਿਉਂਕਿ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਸੀ। ਤਦ ਇੱਕ ਸੂਫੀ ਫਕੀਰ ਉੱਥੋਂ ਦੀ ਲੰਘ ਰਿਹਾ ਸੀ। ਉਹਨਾਂ ਤਿੰਨਾਂ ਨੇ ਉਹਨੂੰ ਫੜ ਲਿਆ ਤੇ ਕਿਹਾ ਕਿ ਸਾਡਾ ਮਾਮਲਾ ਸੁਲਝਾ ਦਿਓ। ਉਸਨੇ ਮਨ ਦੀ ਕਸਮ ਲੈ ਰੱਖੀ ਸੀ, ਮੌਨ ਦੀ ਕਸਮ ਲੈ ਰੱਖੀ ਸੀ, ਜੀਵਨ ਭਰ ਦੇ ਲਈ ਚੁੱਪ ਹੋ ਗਿਆ ਸੀ। ਸਮਝ ਲਿਆ ਉਸਨੇ ਤਿੰਨਾਂ ਦਾ ਮਾਮਲਾ। ਪਰ ਹੁਣ ਕਰੇ ਕੀ? ਤਾਂ ਪਹਿਲਾਂ ਉਹਨੇ ਜਿਹੜੇ ਘੋੜੇ ਦੇ ਸਵਾਰ ਚੋਰ ਸੀ, ਉਹਦੀਆਂ ਅੱਖਾਂ 'ਚ ਗੌਰ ਨਾਲ ਵੇਖਿਆ। ਫਕੀਰ ਨੇ ਇੰਨੀ ਗਹਿਰੀ ਨਜ਼ਰ ਨਾਲ ਵੇਖਿਆ ਕਿ ਥੋੜ੍ਹੀ ਦੇਰ 'ਚ ਚੋਰ ਬੇਚੈਨ ਹੋਣ ਲੱਗਾ ਕਿ ਇਹ ਆਦਮੀ ਜਾਂ ਤਾਂ ਸੰਮੋਹਿਤ ਕਰ ਰਿਹਾ ਜਾਂ ਪਤਾ ਨਹੀਂ ਕੀ ਇਰਾਦੇ ਹਨ। ਉਹ ਇੰਨਾ ਘਾਬਰ ਗਿਆ, ਛਾਲ ਮਾਰ ਕੇ ਆਪਣੇ ਘੋੜੇ ਤੇ ਚੜ੍ਹਿਆ ਤੇ ਭੱਜ ਗਿਆ। ਤਦ ਉਸ ਫਕੀਰ ਨੇ ਦੂਜੇ ਆਦਮੀ ਦੀਆਂ ਅੱਖਾਂ 'ਚ ਦੇਖਿਆ, ਜਿਹੜਾ ਭੇਡਾਂ ਦਾ ਮਾਲਿਕ ਸੀ। ਉਹਨੂੰ ਵੀ ਲੱਗਿਆ ਕਿ ਇਹ ਆਦਮੀ ਬੇਹੋਸ਼ ਕਰ ਦੇਗਾ, ਵੇਖੀ ਜਾਂਦਾ ਬਿਨਾਂ ਅੱਖ ਝਪਕਿਆਂ। ਉਹ ਛੇਤੀ ਨਾਲ ਸਿਰ ਨਵਾ ਕੇ ਆਪਣੀਆਂ ਭੇਡਾਂ ਨੂੰ ਖਦੇੜ ਕੇ ਆਪਣੇ ਘਰ ਵੱਲ ਚੱਲ ਪਿਆ। ਤਦ ਉਸਨੇ ਤੀਜੇ ਵੱਲ ਵੇਖਿਆ। ਉਹ ਤੀਜਾ ਵੀ ਡਰਿਆ। ਉਹਦੀ ਅੱਖ ਬਹੁਤ ਤੇਜਸਵੀ ਨੂਰ ਭਰੀ ਸੀ। ਜਿਹੜੇ ਲੋਕੀ ਚੁੱਪ ਰਹਿੰਦੇ ਨੇ ਬਹੁਤ ਦੇਰ ਤੱਕ, ਉਹਨਾਂ ਦੀਆਂ ਅੱਖਾਂ 'ਚ ਇੱਕ ਵੱਖਰਾ ਹੀ ਨੂਰ ਆ ਜਾਂਦਾ ਹੈ ਕਿਉਂਕਿ ਸਾਰੀ ਊਰਜਾ ਇਕੱਠੀ ਹੁੰਦੀ ਹੈ ਤੇ ਅੱਖਾਂ ਹੀ ਪ੍ਰਗਟ ਕਰਨ ਦਾ ਵਸੀਲਾ ਹੁੰਦੀਆਂ ਹਨ। ਜਦ ਉਸਨੇ ਗੌਰ ਨਾਲ ਉਸ ਤੀਜੇ ਵੱਲ ਵੇਖਿਆ, ਉਹ ਵੀ ਡਰਿਆ। ਉਹਨੇ ਆਪਣੀਆਂ ਲੱਕੜਾਂ ਬੰਨੀਆਂ ਤੇ ਨੱਠਾ। ਸੂਫੀ ਹੱਸਦਾ ਹੋਇਆ ਆਪਣੇ ਰਾਹ ਚਲਾ ਗਿਆ। ਸੂਫੀ ਨੇ ਮਾਮਲਾ ਹੱਲ ਕਰ ਲਿਆ, ਤਿੰਨਾਂ ਬੋਲਿਆਂ ਦਾ, ਬਿਨਾਂ ਬੋਲੇ। ਇਹੀ ਸੰਤਾਂ ਦੀ ਤਕਲੀਫ ਹੈ ਸਾਡੇ ਨਾਲ। 3 ਬੋਲੇ ਨਹੀਂ ਹਨ, 3 ਅਰਬ ਬੋਲੇ ਹਨ।
ਤੇ ਜੋ ਵੀ ਅਸੀਂ ਕਹਿੰਦੇ ਹਾਂ ਉਹ ਸਾਰਾ ਸੰਗਤ ਅਸੰਗਤ, ਉਸ ਵਿੱਚ ਕੁਝ ਵੀ ਨਹੀਂ ਹੈ। ਕੋਈ ਕਿਸੇ ਦੀ ਸਮਝ ਨਹੀਂ ਆ ਰਿਹਾ। ਜ਼ਿੰਦਗੀ 'ਚ ਸੰਵਾਦ ਤਾਂ ਹੋ ਹੀ ਨਹੀਂ ਰਿਹਾ, ਵਿਵਾਦ ਚੱਲ ਰਿਹਾ। ਸੰਤ ਕੀ ਕਰਨ? ਜਿਨ੍ਹਾਂ ਨੇ ਮੌਨ ਰਹਿਣਾ ਸਿੱਖ ਲਿਆ ਹੈ, ਉਹ ਕੀ ਕਰਨ? ਬੋਲਣ ਦਾ ਕੋਈ ਉਪਾਅ ਨਹੀਂ ਹੈ। ਉਹ ਕਿੰਨਾ ਹੀ ਬੋਲਣ, ਉਹ ਸੂਫੀ ਫਕੀਰ ਕਿੰਨਾ ਹੀ ਬੋਲਦਾ ਤਾਂ ਵੀ ਉਹ 3 ਬੋਲੇ ਸਮਝ ਨਾ ਸਕਦੇ। 3 ਦੀ ਥਾਂ 4 ਉਪੱਦਰ ਹੋ ਜਾਂਦੇ। ਉਹਨੇ ਕੇਵਲ ਅੱਖ ਨਾਲ, ਗੌਰ ਨਾਲ ਉਹਨਾਂ ਨੂੰ ਵੇਖਿਆ। ਸੰਤਾਂ ਨੇ ਤੁਹਾਡੇ ਵੱਲ ਸਿਰਫ ਗੌਰ ਨਾਲ ਵੇਖਿਆ ਹੈ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਉਹਨਾਂ ਦੇ ਅੰਦਰ ਸਮਾਇਆ ਹੈ ਉਹ ਤੁਹਾਡੀਆਂ ਅੱਖਾਂ 'ਚ ਉਡੇਲਣਾ ਚਾਹਿਆ ਹੈ। ਇਸ ਲਈ ਸਾਧ ਸੰਗਤ ਦੀ ਗੱਲ ਕਰਦੇ ਹਨ ਨਾਨਕ ਕਿ ਸਾਧੂਆਂ ਨਾਲ ਰਹੋ ਜੇਕਰ ਸਮਝਣਾ ਹੈ ਜੋ ਉਹਨਾਂ ਨੇ ਜਾਣਿਆ ਹੈ। ਸੰਗਤ ਸਤਸੰਗ ਕਰੋ। ਸੁਣਨ ਕਹਿਣ ਨਾਲ ਬਹੁਤਾ ਨਹੀਂ ਹੋਏਗਾ। ਕਿਹਾ ਕੁਝ ਜਾਏਗਾ, ਸਮਝੋਗੇ ਤੁਸੀਂ ਕੁਝ ਹੋਰ। ਲੋਕੀ ਬੋਲੇ ਹਨ, ਦੱਸਿਆ ਕੁਝ ਜਾਏਗਾ, ਵੇਖੋਗੇ ਤੁਸੀਂ ਕੁਝ ਹੋਰ। ਲੋਕੀ ਅੰਨੇ ਹਨ, ਤੁਸੀਂ ਆਪਣੀ ਵਿਆਖਿਆ ਕਰੋਗੇ, ਤੁਸੀਂ ਸ਼ਬਦਾਂ ਨੂੰ ਆਪਣੇ ਅਰਥ ਦੇ ਦਿਓਗੇ। ਨਾਨਕ ਕਹਿੰਦੇ ਹਨ, ਹੁਕਮ ਨਾ ਕਿਹਾ ਜਾਏ, ਉਹ ਕਿਹਾ ਨਹੀਂ ਜਾ ਸਕਦਾ। ਫਿਰ ਵੀ ਇਸ਼ਾਰੇ ਕੀਤੇ ਜਾ ਸਕਦੇ ਹਨ। ਇਹ ਇਸ਼ਾਰੇ ਹਨ, ਇਹ ਕਹਿਣਾ ਨਹੀਂ ਹੈ, ਇਹ ਇਸ਼ਾਰੇ ਹਨ। ਇਹਨਾਂ ਸ਼ਬਦਾਂ 'ਚ ਉਹ ਹੁਕਮ ਨਹੀਂ ਹੈ। ਇਹ ਸ਼ਬਦ ਤਾਂ ਕੰਢੇ ਲੱਗੇ ਮੀਲ ਦੇ ਪੱਥਰ ਵਾਂਗ ਹਨ। ਇਹ ਦੱਸ ਰਹੇ ਹਨ ਕਿ ਚਲੇ ਜਾਓ, ਅੱਗੇ ਹੈ ਮੰਜ਼ਿਲ। ਲੇਕਿਨ ਬਹੁਤ ਸਾਰੇ ਲੋਕ ਮੀਲ ਦੇ ਪੱਥਰ ਨੂੰ ਫੜ ਕੇ ਬੈਠ ਜਾਂਦੇ ਹਨ। ਉਹ ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਵੀ ਕਰ ਸਕਦੇ ਹੋ ਕਿ ਰੋਜ਼ ਸਵੇਰੇ ਉੱਠ ਕੇ ਜਪਜੀ ਦਾ ਪਾਠ ਕਰੋ, ਉਹਨੂੰ ਦੁਹਰਾਉਂਦੇ ਰਹੋ, ਉਹਨੂੰ ਕੰਠ ਕਰ ਲਓ। ਤੁਸੀਂ ਮੀਲ ਦਾ ਪੱਥਰ ਫੜ ਲਿਆ। ਇਹ ਤਾਂ ਇਸ਼ਾਰਾ ਹੈ। ਇਸ ਨੂੰ ਕੰਠ ਕਰਨ ਨਾਲ ਕੁਝ ਵੀ ਨਹੀਂ ਹੋਏਗਾ। ਇਸ ਦੇ ਵਿੱਚ ਜਿਸ ਪਾਸੇ ਇਸ਼ਾਰਾ ਹੈ ਉਸੇ ਪਾਸੇ ਚੱਲਣਾ ਪਏਗਾ। ਯਾਤਰਾ ਕਰਨੀ ਪਏਗੀ। ਧਰਮ ਇੱਕ ਯਾਤਰਾ ਹੈ। ਤੁਸੀਂ ਚਾਹੇ ਜਪਜੀ ਨੂੰ ਫੜੋ, ਚਾਹੇ ਗੀਤਾ ਨੂੰ ਫੜੋ, ਚਾਹੇ ਕੁਰਾਨ ਨੂੰ। ਜੇਕਰ ਤੁਸੀਂ ਫੜ ਕੇ ਬਹਿ ਗਏ ਤਾਂ ਤੁਸੀਂ ਮੀਲ ਦੇ ਪੱਥਰ ਨੂੰ ਛਾਤੀ ਨਾਲ ਲਗਾ ਲਿਆ। ਸਮਝੋ, ਹੋਰ ਅੱਗੇ ਵਧੋ। ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਤਿਵੇਂ ਤਿਵੇਂ ਭੇਦ ਪ੍ਰਗਟ ਹੋਏਗਾ। ਹੁਕਮ ਨੂੰ ਸ਼ਬਦਾਂ 'ਚ ਨਹੀਂ ਕਿਹਾ ਜਾ ਸਕਦਾ। ਹੁਕਮ ਨਾਲ ਹੀ ਜੀਆਂ ਦੀ ਉਤਪਤੀ ਹੁੰਦੀ ਹੈ। ਹੁਕਮ ਨਾਲ ਹੀ ਵਡਿਆਈ ਮਿਲਦੀ ਹੈ। ਹੁਕਮ ਨਾਲ ਹੀ ਕੋਈ ਛੋਟਾ ਹੈ, ਕੋਈ ਵੱਡਾ ਹੈ। ਹੁਕਮ ਨਾਲ ਹੀ ਸੁੱਖ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਥੋੜ੍ਹਾ ਸੋਚੋ, ਜਦ ਤੁਹਾਨੂੰ ਦੁੱਖ ਮਿਲਦਾ ਹੈ ਤਾਂ ਤੁਸੀਂ ਕਿਸੇ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ। ਜੇਕਰ ਜ਼ਿੰਮੇਵਾਰੀ ਠਹਿਰਾਉਣਾ ਹੈ ਤਾਂ ਹੁਕਮ ਨੂੰ ਹੀ ਜ਼ਿੰਮੇਵਾਰ ਠਹਿਰਾਓ। ਪਤੀ ਦੁਖੀ ਹੈ, ਸੋਚਦਾ ਹੈ ਪਤਨੀ ਜ਼ਿੰਮੇਵਾਰ ਹੈ। ਪਤਨੀ ਦੁਖੀ ਹੈ, ਸੋਚਦੀ ਹੈ ਪਤੀ ਜ਼ਿੰਮੇਵਾਰ ਹੈ। ਪਿਓ ਦੁਖੀ ਹੈ, ਸੋਚਦਾ ਪੁੱਤਰ ਜ਼ਿੰਮੇਵਾਰ ਹੈ। ਜੇਕਰ ਜ਼ਿੰਮੇਵਾਰੀ ਦੇਣੀ ਹੈ ਤਾਂ ਪਰਮਾਤਮਾ ਨੂੰ ਦਿਓ। ਉਸ ਤੋਂ ਛੋਟੇ ਵਿੱਚ ਕੰਮ ਨਹੀਂ ਚੱਲੇਗਾ। ਪਰ ਬੜੇ ਮਜ਼ੇ ਦੀ ਗੱਲ ਹੈ, ਜਦ ਤੁਸੀਂ ਦੁਖੀ ਹੋ ਤਾਂ ਆਲੇ ਦੁਆਲੇ ਜ਼ਿੰਮੇਵਾਰੀ ਕਿਸੇ ਦੇ ਮੋਢੇ 'ਤੇ ਦਿੰਦੇ ਹੋ, ਅਤੇ ਜਦ ਤੁਸੀਂ ਸੁਖੀ ਹੋ ਤਾਂ ਤੁਸੀਂ ਖੁਦ ਮੰਨਦੇ ਹੋ ਕਿ ਮੇਰੇ ਹੀ ਕਾਰਨ ਮੈਂ ਸੁਖੀ ਹਾਂ। ਇਹ ਤਰਕ ਕਿਹੜੀ ਕਿਸਮ ਦਾ ਹੈ? ਸੁਖੀ ਹੋਵੋ ਤਾਂ ਤੁਸੀਂ ਆਪਣੇ ਕਾਰਨ, ਦੁਖੀ ਹੋਵੋ ਤਾਂ ਕਿਸੇ ਦੇ ਕਾਰਨ। ਇਸ ਕਾਰਨ ਨਾਲ ਨਾ ਤਾਂ ਤੁਸੀਂ ਦੁੱਖ ਨੂੰ ਦੂਰ ਕਰ ਸਕੋਗੇ ਤੇ ਨਾ ਤੁਸੀਂ ਸੁੱਖ ਦਾ ਭੇਦ ਲੱਭ ਸਕੋਗੇ, ਕਿਉਂਕਿ ਦੋਹਾਂ ਹਾਲਤਾਂ 'ਚ ਤੁਸੀਂ ਗਲਤ ਹੋ। ਨਾ ਤਾਂ ਦੂਜਾ ਜ਼ਿੰਮੇਵਾਰ ਹੈ ਦੁੱਖ ਦੇ ਲਈ ਤੇ ਨਾ ਤੁਸੀਂ ਜ਼ਿੰਮੇਵਾਰ ਹੋ ਸੁੱਖ ਦੇ ਲਈ। ਦੋਹਾਂ ਦੇ ਪਿੱਛੇ ਪਰਮਾਤਮਾ ਜ਼ਿੰਮੇਵਾਰ ਹੈ। ਤੇ ਜੇਕਰ ਇੱਕ ਹੀ ਹੱਥੋਂ ਸੁੱਖ ਦੁੱਖ ਆਏ ਹਨ ਤਾਂ ਉਹਨਾਂ 'ਚ ਭੇਦ ਕੀ ਕਰਨਾ, ਫਰਕ ਕੀ ਕਰਨਾ? ਇੱਕ ਮੁਸਲਮਾਨ ਬਾਦਸ਼ਾਹ ਹੋਇਆ ਹੈ। ਉਹਦਾ ਇੱਕ ਗੁਲਾਮ ਸੀ। ਗੁਲਾਮ ਨਾਲ ਉਹਦਾ ਬੜਾ ਪ੍ਰੇਮ ਸੀ, ਬਹੁਤ ਲਗਾਵ ਸੀ। ਉਹ ਬਹੁਤ ਸੁਆਮੀ ਭਗਤ ਸੀ। ਇੱਕ ਦਿਨ ਦੋਵੇਂ ਜੰਗਲ 'ਚੋਂ ਲੰਘ ਰਹੇ ਸੀ। ਇੱਕ ਰੁੱਖ ਉੱਤੇ ਇੱਕੋ ਹੀ ਫਲ ਲੱਗਿਆ ਸੀ। ਸਮਰਾਟ ਨੇ ਫਲ ਤੋੜਿਆ। ਜਿਵੇਂ ਉਸਦੀ ਆਦਤ ਸੀ, ਉਹਨੇ ਇੱਕ ਫਾੜੀ ਵੱਢ ਕੇ ਗੁਲਾਮ ਨੂੰ ਦਿੱਤੀ। ਗੁਲਾਮ ਨੇ ਚੱਖੀ ਤੇ ਉਹਨੇ ਕਿਹਾ, ਮਾਲਕ ਇੱਕ ਫਾੜੀ ਹੋਰ। ਤੇ ਗੁਲਾਮ ਮੰਗਦਾ ਹੀ ਗਿਆ। ਫਿਰ ਇੱਕ ਹੀ ਫਾੜੀ ਹੱਥ 'ਚ ਬਚੀ। ਬਾਦਸ਼ਾਹ ਨੇ ਕਿਹਾ, ਇੰਨਾ ਸਵਾਦ ਹੈ।
ਗੁਲਾਮ ਨੇ ਝਪੱਟਾ ਮਾਰ ਕੇ ਉਹ ਇੱਕ ਫਾੜੀ ਵੀ ਖੋਹਣੀ ਚਾਹੀ। ਸਮਰਾਟ ਨੇ ਕਿਹਾ, ਇਹ ਤਾਂ ਹੱਦ ਹੋ ਗਈ। ਮੈਂ ਤੈਨੂੰ ਪੂਰਾ ਫਲ ਦੇ ਚੁੱਕਿਆ ਤੇ ਦੂਜਾ ਫਲ ਵੀ ਨਹੀਂ ਹੈ। ਹੋਰ ਜੇ ਇੰਨਾ ਸਵਾਦ ਹੈ ਤਾਂ ਕੁਝ ਮੈਨੂੰ ਵੀ ਚੱਖਣ ਦੇ। ਉਸ ਗੁਲਾਮ ਨੇ ਕਿਹਾ, ਨਹੀਂ, ਸਵਾਦ ਬਹੁਤ ਹੈ, ਇਸ ਲਈ ਤੁਸੀਂ ਮੈਨੂੰ ਮੇਰੇ ਸੁੱਖ ਤੋਂ ਵਾਂਝਿਆ ਨਾ ਕਰੋ, ਦੇ ਦਿਓ। ਲੇਕਿਨ ਸਮਰਾਟ ਨੇ ਫਲ ਚੱਖ ਲਿਆ। ਉਹ ਫਲ ਬਿਲਕੁਲ ਜ਼ਹਿਰ ਸੀ। ਮਿੱਠਾ ਹੋਣਾ ਤਾਂ ਦੂਰ, ਉਹਦੀ ਇੱਕ ਗਰਾਈ ਵੀ ਨਿਗਲਣੀ ਔਖੀ ਸੀ। ਸਮਰਾਟ ਨੇ ਕਿਹਾ, ਪਾਗਲ, ਤੂੰ ਮੁਸਕਰਾ ਰਿਹਾ ਤੇ ਇਸ ਜ਼ਹਿਰ ਨੂੰ ਤੂੰ ਖਾ ਗਿਆ? ਤੂੰ ਕਿਹਾ ਕਿਉਂ ਨਹੀਂ? ਉਸ ਗੁਲਾਮ ਨੇ ਕਿਹਾ, ਜਿਹੜੇ ਹੱਥਾਂ ਤੋਂ ਇੰਨੇ ਸੁੱਖ ਮਿਲੇ ਹੋਣ, ਜਿਨ੍ਹਾਂ ਹੱਥਾਂ ਤੋਂ ਇੰਨੇ ਸਵਾਦ ਫਲ ਚੱਖੇ ਹੋਣ, ਇੱਕ ਕੌੜੇ ਫਲ ਦਾ ਕੀ ਸ਼ਿਕਾਇਤ? ਫਲਾਂ ਦਾ ਹਿਸਾਬ ਹੀ ਛੱਡ ਦਿੱਤਾ, ਹੱਥ ਦਾ ਹਿਸਾਬ ਹੈ। ਜਿਸ ਦਿਨ ਤੁਸੀਂ ਵੇਖ ਸਕੋਗੇ ਕਿ ਪਰਮਾਤਮਾ ਦੇ ਹੱਥਾਂ ਨਾਲ ਦੁੱਖ ਵੀ ਮਿਲਦਾ ਹੈ, ਉਸ ਦਿਨ ਤੁਸੀਂ ਉਹਨੂੰ ਦੁੱਖ ਕਿਵੇਂ ਕਹੋਗੇ? ਤੁਸੀਂ ਉਹਨੂੰ ਦੁੱਖ ਹੁਣੇ ਹੀ ਕਹਿੰਦੇ ਹੋ, ਕਿਉਂਕਿ ਤੁਸੀਂ ਹੱਥ ਨੂੰ ਨਹੀਂ ਵੇਖ ਰਹੇ ਹੋ। ਜਿਸ ਦਿਨ ਤੁਹਾਨੂੰ ਵਿਖਾਈ ਦੇਗਾ ਕਿ ਦੁੱਖ ਵੀ ਉਸਦਾ, ਸੁੱਖ ਵੀ ਉਸਦਾ, ਸੁੱਖ ਦੁੱਖ ਦੋਹਾਂ ਦਾ ਰੂਪ ਗੁਆਚ ਜਾਏਗਾ। ਨਾ ਸੁੱਖ ਸੁੱਖ ਜਿਹਾ ਲੱਗੇਗਾ, ਨਾ ਦੁੱਖ ਦੁੱਖ ਵਰਗਾ ਲੱਗੇਗਾ। ਤੇ ਜਿਸ ਦਿਨ ਸੁੱਖ ਦੁੱਖ ਇੱਕ ਹੋ ਜਾਂਦੇ ਹਨ, ਉਸੇ ਦਿਨ ਆਨੰਦ ਦੀ ਘਟਨਾ ਵਾਪਰਦੀ ਹੈ। ਜਦ ਤੁਹਾਨੂੰ ਸੁੱਖ ਦੁੱਖ ਦਾ ਦੁਵੈਤ ਨਹੀਂ ਰਹਿ ਜਾਂਦਾ, ਤਦ ਅਦਵੈਤ ਉਤਰਦਾ ਹੈ, ਤਦ ਤੁਸੀਂ ਆਨੰਦ ਮਾਣੋਗੇ। ਨਹੀਂ, ਕਿਸੇ ਨੂੰ ਗੁਆਂਢ ਵਿੱਚ ਪਤੀ ਨੂੰ, ਪਤਨੀ ਨੂੰ, ਮਿੱਤਰ ਨੂੰ, ਭਾਈ ਨੂੰ, ਦੋਸਤ ਨੂੰ, ਦੁਸ਼ਮਣ ਨੂੰ ਦੋਸ਼ੀ ਨਾ ਠਹਿਰਾਉਣਾ। ਸਾਰੇ ਦੋਸ਼ਾਂ ਦਾ ਮਾਲਿਕ ਉਹ ਹੈ। ਤੇ ਜਦ ਖੁਸ਼ੀ ਆਏ, ਸਫਲਤਾ ਮਿਲੇ, ਤਾਂ ਆਪਣੇ ਹੰਕਾਰ ਨੂੰ ਕਦੇ ਨਾ ਭਰਨਾ। ਸਾਰੀਆਂ ਸਫਲਤਾਵਾਂ ਤੇ ਸਵਾਦਲੇ ਫਲਾਂ ਦਾ ਮਾਲਕ ਵੀ ਉਹੀ ਹੈ। ਜੇਕਰ ਤੁਸੀਂ ਸਾਰਾ ਉਸੇ ਤੇ ਛੱਡ ਦਿਓ ਤਾਂ ਸਭ ਗੁਆਚ ਜਾਏਗਾ, ਕੇਵਲ ਆਨੰਦ ਬਾਕੀ ਰਹਿ ਜਾਂਦਾ ਹੈ। ਹੁਕਮ ਨਾਲ ਕੋਈ ਉੱਚਾ, ਕੋਈ ਨੀਵਾਂ, ਹੁਕਮ ਨਾਲ ਸੁੱਖ ਦੁੱਖ ਦੀ ਪ੍ਰਾਪਤੀ, ਹੁਕਮ ਨਾਲ ਹੀ ਕੋਈ ਪ੍ਰਸਾਦ ਨੂੰ ਉਪਲਬਧ ਹੁੰਦਾ ਹੈ, ਹੁਕਮ ਨਾਲ ਹੀ ਕੋਈ ਆਵਾਗਮਨ 'ਚ ਭਟਕਦਾ ਹੈ। ਸਭ ਕੁਝ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਕਦੇ ਕੋਈ ਨਹੀਂ। ਨਾਨਕ ਕਹਿੰਦੇ ਹਨ, ਜਿਹੜਾ ਉਸ ਹੁਕਮ ਨੂੰ ਸਮਝ ਲੈਂਦਾ ਹੈ, ਉਹ ਹੰਕਾਰ ਤੋਂ ਮੁਕਤੀ ਪਾ ਲੈਂਦਾ ਹੈ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਈ। ਜਿਸ ਨੇ ਇਹ ਸਾਰ ਦੀ ਗੱਲ ਸਮਝ ਲਈ ਕਿ ਸਭ ਉਸਦਾ ਹੈ, ਤਾਂ ਮੈਂ ਕਹਿਣ ਨੂੰ ਬਚਦਾ ਹੀ ਕੌਣ ਹੈ? ਇਸ ਨੂੰ ਥੋੜਾ ਸਮਝੀਏ। ਤੁਸੀਂ ਹੰਕਾਰ ਨੂੰ ਬਹੁਤ ਵਾਰ ਛੱਡਣਾ ਵੀ ਚਾਹੁੰਦੇ ਹੋ, ਕਿਉਂਕਿ ਉਸ ਤੋਂ ਪੀੜਾ ਮਿਲਦੀ ਹੈ, ਫਿਰ ਵੀ ਛੱਡ ਨਹੀਂ ਸਕਦੇ। ਕੀ ਕਾਰਨ ਹੈ? ਕਿਉਂਕਿ ਉਸ ਤੋਂ ਤੁਹਾਨੂੰ ਸੁੱਖ ਵੀ ਮਿਲਦਾ ਹੈ, ਇਸ ਲਈ ਅੜਚਨ ਹੈ। ਹੰਕਾਰ ਤੋਂ ਦੁੱਖ ਮਿਲਦਾ ਹੈ, ਇਹ ਦਿਸਦਾ ਹੈ, ਪਰ ਜਦ ਕੋਈ ਗਾਲ ਦਿੰਦਾ ਹੈ ਤਾਂ ਪੀੜ ਹੁੰਦੀ ਹੈ। ਉਹ ਤਕਲੀਫ ਹੰਕਾਰ ਨੂੰ ਹੁੰਦੀ ਹੈ। ਤੁਸੀਂ ਛੱਡਣਾ ਵੀ ਚਾਹੁੰਦੇ ਹੋ। ਮੇਰੇ ਕੋਲ ਲੋਕ ਆਉਂਦੇ ਹਨ, ਪੁੱਛਦੇ ਹਨ, ਦੁੱਖ ਨੂੰ ਕਿਵੇਂ ਛੱਡੀਏ? ਤੇ ਇਹ ਵੀ ਕਹਿੰਦੇ ਹਨ ਕਿ ਸਮਝ ਵਿੱਚ ਤਾਂ ਆਉਂਦਾ ਹੈ ਕਿ ਹੰਕਾਰ ਹੀ ਦੁੱਖ ਹੈ, ਕਿਵੇਂ ਛੱਡੀਏ? ਮੈਂ ਉਹਨਾਂ ਨੂੰ ਕਹਿਣਾ, ਕਿਵੇਂ ਦਾ ਸਵਾਲ ਹੀ ਨਹੀਂ ਹੈ। ਜੇਕਰ ਤੁਹਾਨੂੰ ਸੱਚਮੁੱਚ ਵਿਖਾਈ ਦਿੰਦਾ ਹੈ ਹੰਕਾਰ ਦੁੱਖ ਹੈ, ਤਾਂ ਤੁਸੀਂ ਛੱਡ ਹੀ ਦਿੰਦੇ, ਪੁੱਛਣਾ ਕੀ ਹੈ? ਪਰ ਗੱਲ ਉਲਝੀ ਹੋਈ ਹੈ। ਕੋਈ ਗਾਲਾਂ ਕੱਢਦਾ ਹੈ, ਹੰਕਾਰ ਨੂੰ ਦੁੱਖ ਹੁੰਦਾ ਹੈ, ਤੁਸੀਂ ਛੱਡਣਾ ਚਾਹੁੰਦੇ ਹੋ। ਪਰ ਕੋਈ ਫੁੱਲਾਂ ਦਾ ਹਾਰ ਪਹਿਨਾਉਂਦਾ ਹੈ, ਤਦ ਹੰਕਾਰ ਨੂੰ ਸੁੱਖ ਮਿਲਦਾ ਹੈ। ਹੰਕਾਰ ਅੱਧਾ ਤੁਸੀਂ ਛੱਡਣਾ ਚਾਹੁੰਦੇ ਹੋ, ਅੱਧਾ ਤੁਸੀਂ ਬਚਾਉਣਾ ਚਾਹੁੰਦੇ ਹੋ। ਉਸੇ ਨੂੰ ਨਿੰਦਾ ਅੱਖਰਦੀ ਹੈ, ਉਸੇ ਨੂੰ ਪ੍ਰਸ਼ੰਸਾ ਸੁੱਖ ਦਿੰਦੀ ਹੈ। ਭੁੱਲ ਹੋ ਜਾਂਦੀ ਹੈ ਤਾਂ ਸੱਟ ਵੱਜਦੀ ਹੈ, ਠੀਕ ਗੱਲ ਹੋ ਜਾਂਦੀ ਹੈ ਤਾਂ ਭਲੀ ਲੱਗਦੀ ਹੈ। ਲੋਕ ਨਿੰਦਿਆ ਕਰਦੇ ਹੋਣ, ਮਾਣ ਅਦਬ ਕਰਦੇ ਹੋਣ, ਗੁਣਗਾਨ ਕਰਦੇ ਹੋਣ, ਬੜਾ ਭਲਾ ਲੱਗਦਾ ਹੈ। ਦੋਵੇਂ ਘਟਨਾਵਾਂ ਹੰਕਾਰ ਨੂੰ ਦਰਸਾ ਰਹੀਆਂ ਹਨ। ਅਤੇ ਤੁਹਾਡੀ ਮੁਸੀਬਤ ਇਹ ਹੈ ਕਿ ਤੁਸੀਂ ਜੇਕਰ ਹੰਕਾਰ ਨੂੰ ਛੱਡੋ ਤਾਂ ਸੁੱਖ ਵੀ ਮਿਟ ਜਾਏਗਾ, ਦੁੱਖ ਵੀ ਮਿਟ ਜਾਏਗਾ। ਸੁੱਖ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ, ਦੁੱਖ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ। ਇਹ ਕਦੇ ਹੋਇਆ ਨਹੀਂ, ਕਦੇ ਹੋਵੇਗਾ ਵੀ ਨਹੀਂ। ਦੋਵੇਂ ਨਾਲ ਨਾਲ ਜਾਣਗੇ। ਇੱਕ ਹੀ ਸਿੱਕੇ ਦੇ ਦੋ ਪਾਸੇ ਹਨ। ਇੱਕ ਪਾਸੇ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ, ਦੂਜੇ ਨੂੰ ਸੁੱਟ ਦੇਣਾ ਚਾਹੁੰਦੇ ਹੋ। ਇਹ ਕਿਵੇਂ ਹੋਏਗਾ?
ਸੁੱਟਦੇ ਹੋ, ਚੁੱਕ ਲੈਂਦੇ ਹੋ, ਕਿਉਂਕਿ ਇਹ ਦੂਜਾ ਪਾਸਾ ਵੀ ਨਾਲ ਹੀ ਜਾਂਦਾ ਹੈ। ਹੱਥ 'ਚ ਰੱਖਦੇ ਹੋ, ਸੁੱਟਣਾ ਚਾਹੁੰਦੇ ਹੋ, ਕਿਉਂਕਿ ਇਹ ਦੁੱਖ ਵਾਲਾ ਪਾਸਾ ਵੀ ਹੱਥ 'ਚ ਰਹਿੰਦਾ ਹੈ। ਹੰਕਾਰ ਨੂੰ ਸਮਝੋ, ਸੁੱਖ ਵੀ ਉਹ ਦਿੰਦਾ ਹੈ, ਦੁੱਖ ਵੀ ਉਹੀ ਦਿੰਦਾ ਹੈ। ਤੇ ਤੁਸੀਂ ਜੇਕਰ ਦੋਵੇਂ ਹੀ ਪਰਮਾਤਮਾ ਉੱਤੇ ਛੱਡ ਦਿਓ, ਜਿੱਥੇ ਕਿ ਸੱਚਾ ਸਰੋਤ ਹੈ ਜੀਵਨ ਦਾ, ਜੇਕਰ ਤੁਸੀਂ ਸਾਰਾ ਉਸੇ ਤੇ ਛੱਡ ਦਿਓ, ਤਾਂ ਤੁਹਾਡੀ ਮੈਂ ਨੂੰ ਬਚਣ ਦੀ ਥਾਂ ਕਿੱਥੇ ਰਹਿ ਜਾਏਗੀ? ਤੁਸੀਂ ਕਿਵੇਂ ਕਹੋਗੇ ਮੈਂ ਹਾਂ? ਮੈਂ ਕਰਮਾਂ ਦਾ ਜੋੜ ਹੈ। ਤੁਸੀਂ ਜੋ ਜੋ ਕੀਤਾ ਉਸ ਦਾ ਇਕੱਠਾ ਜੋੜ ਹੈ ਮੈਂ ਕੋਈ ਚੀਜ਼ ਨਹੀਂ ਹੈ, ਸਿਰਫ ਵੱਧ ਤੋਂ ਵੱਧ ਕਰਮਾਂ ਦੀ ਜੋੜੀ ਹੋਈ ਧਾਰਨਾ ਹੈ। ਤੁਹਾਡਾ ਅਤੀਤ, ਤੁਸੀਂ ਜੋ ਜੋ ਕੀਤਾ ਹੈ ਉਸ ਦਾ ਜੋੜ ਹੰਕਾਰ ਹੈ। ਜੇਕਰ ਸਾਰਾ ਕਰਮ ਤੁਸੀਂ ਛੱਡ ਦਿਓ, ਤੁਸੀਂ ਕਹਿ ਦਿਓ ਕਰਤਾ ਤੂੰ ਹੈ, ਕਰਤਾ ਪੁਰਖ, ਮੈਂ ਕੇਵਲ ਮਾਧਿਅਮ ਹਾਂ, ਫਿਰ ਕਿਵੇਂ ਹੰਕਾਰ? ਜੋ ਨੇ ਕਰਵਾਇਆ ਉਹ ਮੈਂ ਕੀਤਾ, ਜੋ ਨੇ ਨਹੀਂ ਕਰਵਾਇਆ ਉਹ ਮੈਂ ਨਹੀਂ ਕੀਤਾ। ਪਾਪੀ ਬਣਾਇਆ ਤਾਂ ਪਾਪੀ। ਇਹਨੂੰ ਥੋੜ੍ਹਾ ਸਮਝੋ, ਕਿਉਂਕਿ ਨਾਨਕ ਬੜੀ ਅਨੋਖੀ ਗੱਲ ਕਹਿ ਰਹੇ ਹਨ। ਉਹ ਇਹ ਕਹਿ ਰਹੇ ਹਨ ਕਿ ਹੁਕਮ ਨਾਲ ਹੀ ਕੋਈ ਪ੍ਰਸਾਦ ਨੂੰ ਉਪਲਬਧ ਹੁੰਦਾ ਹੈ, ਗਿਆਨ ਨੂੰ, ਤੇ ਹੁਕਮ ਨਾਲ ਹੀ ਆਵਾਗਮਨ 'ਚ ਭਟਕਦਾ ਹੈ। ਨਾਨਕ ਕਹਿ ਰਹੇ ਹਨ ਕਿ ਜੇਕਰ ਤੁਸੀਂ ਪਾਪੀ ਹੋ ਤਾਂ ਇਹ ਨਾ ਸੋਚੋ ਕਿ ਮੈਂ ਪਾਪੀ ਹਾਂ, ਕਿਉਂਕਿ ਉਹਦੀ ਮਰਜ਼ੀ। ਇਹ ਬੜੀ ਖਤਰਨਾਕ ਗੱਲ ਹੈ, ਕਿਉਂਕਿ ਤੁਸੀਂ ਕਹੋਗੇ ਇਵੇਂ ਤਾਂ ਲੋਕ ਪਾਪ ਕਰਨ ਲੱਗ ਪੈਣਗੇ ਤੇ ਇਹ ਕਹਿਣਗੇ ਉਹਦੀ ਮਰਜ਼ੀ। ਪਰ ਇਹੀ ਤਾਂ ਮਜ਼ਾ ਹੈ, ਜਿਸ ਨੇ ਜਾਣ ਲਿਆ ਉਹਦੀ ਮਰਜ਼ੀ, ਉਹਦੇ ਕੋਲੋਂ ਫਿਰ ਜੋ ਵੀ ਹੁੰਦਾ ਉਹ ਪੁੰਨ ਹੁੰਦਾ ਹੈ। ਜਦ ਤੱਕ ਤੁਸੀਂ ਨਹੀਂ ਜਾਣਦੇ ਉਹਦੀ ਮਰਜ਼ੀ, ਤਦ ਤੱਕ ਤੁਹਾਡੇ ਤੇ ਉਹਦੇ ਵਿਚਕਾਰ ਇੱਕ ਕਲੇਸ਼ ਚੱਲ ਰਿਹਾ ਹੈ। ਉਸ ਕਲੇਸ਼ ਵਿੱਚ ਹੀ ਪਾਪ ਦਾ ਜਨਮ ਹੈ। ਉਸ ਕਲੇਸ਼ ਨਾਲ ਹੀ ਸਾਰਾ ਦੁੱਖ ਆਪਣੇ ਆਪ ਨੂੰ ਤੇ ਦੂਜੇ ਨੂੰ ਦੇਣ ਦੀ ਸਥਿਤੀ ਬਣਦੀ ਹੈ। ਜਿਸ ਦਿਨ ਤੁਸੀਂ ਸਭ ਕੁਝ ਉਹਦੇ ਉੱਤੇ ਛੱਡ ਦਿੱਤਾ, ਉਸੇ ਦਿਨ ਪਾਪ ਖਤਮ ਹੋ ਜਾਂਦਾ ਹੈ। ਪਾਪ ਤੁਹਾਡੇ ਤੇ ਪਰਮਾਤਮਾ ਦੇ ਵਿਚਕਾਰ ਹੋ ਰਹੇ ਸੰਘਰਸ਼ ਦਾ ਫਲ ਹੈ, ਪਰ ਛੱਡਣਾ ਪਏਗਾ ਉਸ ਨੂੰ। ਨਾਨਕ ਕਹਿੰਦੇ ਹਨ ਉਹ ਵੀ ਉਸ ਦੇ ਰਾਹੀਂ ਹੋ ਰਿਹਾ ਹੈ। ਤੁਸੀਂ ਪਾਪੀ ਹੋ ਤਾਂ ਉਹੀ, ਤੁਸੀਂ ਪੁੰਨ ਆਤਮਾ ਹੋ ਤਾਂ ਉਹੀ। ਨਾ ਤਾਂ ਤੁਸੀਂ ਸੋਚੋ ਕਿ ਪੁੰਨ ਮੈਂ ਕੀਤਾ ਤੇ ਨਾ ਤੁਸੀਂ ਸੋਚੋ ਪਾਪ ਮੈਂ ਕੀਤਾ। ਮੈਂ ਕੀਤਾ ਹੈ ਇਹੀ ਗੱਲ ਭੁਲੇਖਾ ਹੈ, ਇਹੀ ਅਗਿਆਨ ਹੈ, ਮੈਂ ਕੀਤਾ ਹੈ। ਤੇ ਇੱਕ ਹੀ ਗਿਆਨ ਹੈ, ਕਰਤਾ ਪੁਰਖ। ਉਹ ਪੁਰਖ ਕਰਤਾ ਹੈ, ਮੈਂ ਤਾਂ ਕੇਵਲ ਮਾਧਿਅਮ ਹਾਂ। ਹੁਕਮ ਤੋਂ ਬਾਹਰ ਕੋਈ ਵੀ ਨਹੀਂ, ਸਭ ਕੋਈ ਹੁਕਮ ਦੇ ਅੰਦਰ ਹਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਕਹਿੰਦੇ ਹਨ ਜਿਹੜਾ ਉਸ ਹੁਕਮ ਨੂੰ ਸਮਝਦਾ ਹੈ ਉਹ ਹੰਕਾਰ ਤੋਂ ਮੁਕਤ ਹੋ ਜਾਂਦਾ ਹੈ। ਕੋਈ ਉਸਦੇ ਬਲ ਦਾ ਗੁਣ ਗਾਉਂਦੇ ਹਨ, ਜਿਨ੍ਹਾਂ 'ਚ ਗੁਣ ਗਾਉਣ ਦਾ ਬਲ ਹੈ। ਕੋਈ ਉਹਦੇ ਦਾਨ ਦਾ ਗੀਤ ਗਾਉਂਦੇ, ਦਾਨ ਨੂੰ ਉਸਦਾ ਪ੍ਰਤੀਕ ਮੰਨਦੇ ਹਨ। ਕੋਈ ਉਸਦੇ ਗੁਣ ਤੇ ਸੋਹਣੀਆਂ ਵਡਿਆਈਆਂ ਨੂੰ ਗਾਉਂਦੇ ਹਨ। ਕੋਈ ਉਸ ਵਿਦਿਆ ਨੂੰ ਗਾਉਂਦੇ ਹਨ ਜਿਸ ਦਾ ਵਿਚਾਰ ਔਖਾ ਹੈ। ਕੋਈ ਇਹ ਗਾਉਂਦੇ ਹਨ ਕਿ ਉਹ ਦੇਹ ਦਾ ਰਚਨਹਾਰ ਹੈ ਤੇ ਫਿਰ ਉਹਨੂੰ ਸੁਆਹ ਕਰ ਦਿੰਦਾ ਹੈ। ਕੋਈ ਗਾਉਂਦੇ ਹਨ ਕਿ ਜੀਵ ਫਿਰ ਉਹਦੇ ਕੋਲੋਂ ਹੀ ਦੇਹ ਗ੍ਰਹਿਣ ਕਰਦਾ ਹੈ। ਕੋਈ ਗਾਉਂਦੇ ਹਨ ਕਿ ਬੜੀ ਦੂਰ ਵਿਖਾਈ ਦਿੰਦਾ ਹੈ। ਕੋਈ ਗਾਉਂਦੇ ਹਨ ਕਿ ਉਹ ਸਾਨੂੰ ਵੇਖਦਾ ਹੈ ਤੇ ਸਰਵ ਵਿਆਪੀ ਹੈ। ਉਸਦੇ ਗੁਣ ਗਾਣ ਦਾ ਅੰਤ ਨਹੀਂ ਆਉਂਦਾ, ਜਦ ਕਿ ਕਰੋੜਾਂ ਲੋਕ ਕਰੋੜਾਂ ਢੰਗਾਂ ਨਾਲ ਕਥਨ ਕਰਦੇ ਹਨ। ਦਾਤਾ ਦਿੰਦਾ ਹੀ ਰਹਿੰਦਾ ਹੈ, ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ। ਜੁਗਾਂ ਜਗਾਂਤਰਾਂ ਤੋਂ ਜੀਵ ਉਸ ਨੂੰ ਭੋਗ ਰਹੇ ਹਨ ਤੇ ਉਸ ਦਾ ਅੰਤ ਨਹੀਂ। ਉਹ ਹੁਕਮੀ ਹੁਕਮ ਨਾਲ ਰਾਹ ਨਿਰਦੇਸ਼ ਕਰਦਾ ਹੈ। ਨਾਨਕ ਕਹਿੰਦੇ ਹਨ ਉਹ ਬੇਪਰਵਾਹ ਹੈ, ਆਨੰਦਿਤ ਹੈ। ਉਸਦੇ ਹਜ਼ਾਰਾਂ ਵਰਣਨ ਹਨ ਤੇ ਸਭ ਅਧੂਰੇ ਹਨ। ਅਧੂਰਾ ਮਨੁੱਖ ਪੂਰੇ ਦਾ ਵਰਣਨ ਕਿਵੇਂ ਕਰ ਸਕੇਗਾ? ਅਧੂਰਾ ਮਨੁੱਖ ਜੋ ਵੀ ਕਹੇਗਾ ਉਹ ਅਧੂਰਾ ਹੋਏਗਾ। ਅੰਸ਼ੀ ਦੀ ਖਬਰ ਅੰਸ਼ ਤੋਂ ਕਿਵੇਂ ਮਿਲੇਗੀ? ਅੰਸ਼ ਜੋ ਵੀ ਕਹੇਗਾ ਉਹ ਅੰਸ਼ ਦੀ ਹੀ ਸਮਝ ਹੋਏਗੀ। ਪਰਮਾਣੂ ਪਰਮਾਤਮਾ ਨੂੰ ਕਿਵੇਂ ਜਾਣੇਗਾ? ਜਾਣੇਗਾ ਵੀ ਤਾਂ ਪਰਮਾਣੂ ਦੀ ਹੀ ਬੁੱਧੀ ਹੋਏਗੀ। ਜੋ ਗੀਤ ਗਾ ਸਕਦੇ ਹਨ ਉਹਦੇ ਗੁਣਾਂ ਦਾ ਗੀਤ ਗਾਉਂਦੇ ਹਨ, ਲੇਕਿਨ ਫਿਰ ਵੀ ਉਹ ਜੋ ਅਗਿਆਤ
ਹੈ ਅਗਿਆਤ ਹੀ ਰਹਿ ਜਾਂਦਾ ਹੈ। ਉਪਨਿਸ਼ਦ ਥੱਕ ਗਏ, ਗੀਤਾ ਥੱਕ ਗਈ, ਕੁਰਾਨ ਥੱਕ ਗਿਆ, ਬਾਈਬਲ ਥੱਕ ਗਈ। ਉਹ ਅਨਿਰਵਚਨੀय ਹੀ ਬਣਿਆ ਹੈ। ਹੁਣ ਤੱਕ ਅਸੀਂ ਉਹਦਾ ਪੂਰਾ ਗੁਣਗਾਨ ਨਹੀਂ ਕਰ ਸਕੇ। ਸਾਰੇ ਸ਼ਾਸਤਰ ਅਧੂਰੇ ਹਨ, ਹੋਣਗੇ ਹੀ, ਜ਼ਰੂਰੀ ਹੋਣਗੇ, ਕਿਉਂਕਿ ਸਾਰੇ ਸ਼ਾਸਤਰ ਮਨੁੱਖਾਂ ਦੀਆਂ ਕੋਸ਼ਿਸ਼ਾਂ ਹਨ ਉਸ ਅਨੰਤ ਨੂੰ ਪ੍ਰਗਟ ਕਰਨ ਦੀਆਂ। ਸੂਰਜ ਨਿਕਲਿਆ ਹੈ, ਚਿੱਤਰਕਾਰ ਉਹਦਾ ਚਿੱਤਰ ਬਣਾਉਂਦਾ ਹੈ। ਕਿੰਨਾ ਹੀ ਠੀਕ ਬਣਾਏ ਤਾਂ ਵੀ ਉਸ ਚਿੱਤਰ ਤੋਂ ਰੌਸ਼ਨੀ ਤਾਂ ਨਹੀਂ ਮਿਲੇਗੀ। ਜੇਕਰ ਹਨੇਰੇ 'ਚ ਰੱਖ ਕੇ ਤੁਸੀਂ ਬੈਠ ਜਾਓ ਤਾਂ ਇਸ ਆਸ 'ਚ ਨਾ ਰਹਿਣਾ ਕਿ ਘਰ ਰੌਸ਼ਨੀ ਨਾਲ ਭਰ ਜਾਏਗਾ। ਕੋਈ ਕਵੀ ਉਸ ਸਵੇਰੇ ਤੋਂ ਨਿਕਲਦੇ ਸੂਰਜ ਦਾ ਮਧੁਰ ਤੋਂ ਮਧੁਰ ਗੀਤ ਗਾਵੇ, ਉਹਦੇ ਗੀਤ ਵਿੱਚ ਬਹੁਤ ਡੂੰਘਾਈ ਹੋਵੇ, ਉਹਦਾ ਗੀਤ ਹਿਰਦੇ ਨੂੰ ਛੋਹੇ। ਤੁਸੀਂ ਉਸ ਗੀਤ ਨੂੰ ਗਾਉਂਦੇ ਰਹਿਣਾ ਹਨੇਰੇ 'ਚ ਬੈਠ ਕੇ ਤਾਂ ਵੀ ਰੌਸ਼ਨੀ ਨਹੀਂ ਮਿਲੇਗੀ। ਪਰਮਾਤਮਾ ਦੇ ਸੰਬੰਧ ਵਿੱਚ ਗਾਏ ਹੋਏ ਗੀਤ, ਰਚੇ ਗਏ ਚਿੱਤਰ ਬਸ ਇਵੇਂ ਹੀ ਹਨ। ਸਾਰੇ ਚਿੱਤਰ ਅਧੂਰੇ ਹਨ, ਸਾਰੇ ਗੀਤ ਅਧੂਰੇ ਹਨ। ਕੋਈ ਗੀਤ ਉਹਨੂੰ ਪੂਰਾ ਕਹਿ ਨਹੀਂ ਸਕੇਗਾ, ਕਿਉਂਕਿ ਕਿਸੇ ਵੀ ਗੀਤ ਵਿੱਚ ਅਸੀਂ ਉਸ ਦੀ ਜੀਵਨ ਤੱਤਾਂ ਨੂੰ ਉਤਾਰ ਨਹੀਂ ਸਕਦੇ। ਸ਼ਬਦ ਥੋਥੇ ਹਨ, ਥੋਥੇ ਹੀ ਰਹਿਣਗੇ। ਤੁਹਾਨੂੰ ਪਿਆਸ ਲੱਗੀ ਹੈ ਤਾਂ ਸ਼ਬਦ ਪਾਣੀ ਨਾਲ ਨਹੀਂ ਬੁਝੇਗੀ। ਤੁਹਾਨੂੰ ਭੁੱਖ ਲੱਗੀ ਹੈ ਤਾਂ ਸ਼ਬਦ ਅਗਨੀ ਨਾਲ ਰੋਟੀ ਨਹੀਂ ਪੱਕੇਗੀ। ਜੇਕਰ ਤੁਹਾਨੂੰ ਪਰਮਾਤਮਾ ਦੀ ਅਭਿਲਾਸ਼ਾ, ਪਿਆਸ ਪੈਦਾ ਹੋ ਗਈ ਹੋਏ ਤਾਂ ਸ਼ਬਦ ਪਰਮਾਤਮਾ ਕਾਫੀ ਨਹੀਂ ਹੈ। ਕਾਫੀ ਉਹਨਾਂ ਨੂੰ ਹੀ ਹੈ ਜਿਨ੍ਹਾਂ ਨੂੰ ਪਿਆਸ ਨਹੀਂ ਹੈ। ਇਹਨੂੰ ਠੀਕ ਤਰ੍ਹਾਂ ਸਮਝ ਲਓ। ਜੇਕਰ ਤੁਹਾਨੂੰ ਪਿਆਸ ਨਹੀਂ ਲੱਗੀ ਤਾਂ ਸ਼ਬਦ ਪਾਣੀ ਹੀ ਕਾਫੀ ਹੈ। H2O ਕਾਫੀ ਹੈ। ਜੇਕਰ ਪਿਆਸ ਲੱਗੀ ਹੈ ਤਦ ਅੜਚਨ ਸ਼ੁਰੂ ਹੁੰਦੀ ਹੈ। ਤਦ ਨਾ ਤਾਂ H2O ਕੰਮ ਦੇਗਾ, ਨਾ ਪਾਣੀ ਕੰਮ ਦੇਗਾ, ਨਾ ਵਾਟਰ ਕੰਮ ਦੇਗਾ। ਤੁਸੀਂ ਦੁਨੀਆ ਭਰ ਦੇ ਸਾਰੇ ਸ਼ਬਦ ਇਕੱਠੇ ਕਰ ਲਓ। ਕੋਈ 3000 ਭਾਸ਼ਾਵਾਂ ਹਨ, 3000 ਸ਼ਬਦ ਹਨ ਪਾਣੀ ਦੇ ਲਈ, ਸਾਰੇ ਇਕੱਠੇ ਕਰ ਲਓ। ਉਹਨਾਂ ਨੂੰ ਕੰਠ ਨਾਲ ਬੰਨ੍ਹ ਲਓ ਤਾਂ ਵੀ ਬੂੰਦ ਭਰ ਤਰੇ ਉਹਨਾਂ ਨਾਲ ਨਹੀਂ ਬੁਝੇਗੀ। ਜੇਕਰ ਪਿਆਸ ਨਾ ਲੱਗੀ ਹੋਵੇ ਤਾਂ ਸ਼ਬਦਾਂ ਨਾਲ ਤੁਸੀਂ ਖੇਡ ਸਕਦੇ ਹੋ। ਦਰਸ਼ਨ ਸ਼ਾਸਤਰ ਉਹਨਾਂ ਲੋਕਾਂ ਦਾ ਖੇਲ ਹੈ ਜਿਨ੍ਹਾਂ ਨੂੰ ਪਿਆਸ ਨਹੀਂ ਲੱਗੀ, ਤੇ ਧਰਮ ਉਹਨਾਂ ਦੀ ਯਾਤਰਾ ਹੈ ਜਿਨ੍ਹਾਂ ਨੂੰ ਤ੍ਰੇ ਲੱਗੀ ਹੈ। ਇਸ ਲਈ ਦਰਸ਼ਨ ਸ਼ਾਸਤਰ ਸ਼ਬਦਾਂ ਨਾਲ ਖੇਲਦਾ ਹੈ, ਧਰਮ ਸ਼ਬਦਾਂ ਨਾਲ ਨਹੀਂ ਖੇਲਦਾ। ਧਰਮ ਤਾਂ ਸ਼ਬਦਾਂ ਦਾ ਇਸ਼ਾਰਾ ਜਿਸ ਪਾਸੇ ਹੈ ਉਸ ਯਾਤਰਾ ਤੇ ਜਾਂਦਾ ਹੈ। ਸਰੋਵਰ ਸ਼ਬਦ ਕੀ ਕਰਾਂਗੇ? ਜੀਵਨ ਦੀ ਖੋਜ ਹੈ। ਜੀਵਨ ਸ਼ਬਦ ਨਾਲ ਕੀ ਹੋਏਗਾ? ਕੋਈ ਉਹਨੂੰ ਪੂਰਾ ਗਾ ਨਹੀਂ ਸਕਿਆ, ਕੋਈ ਉਹਨੂੰ ਪੂਰਾ ਦੱਸ ਨਹੀਂ ਸਕਿਆ। ਉਹਦੀਆਂ ਸਾਰੀਆਂ ਮੂਰਤੀਆਂ ਅਧੂਰੀਆਂ ਹਨ। ਕੋਈ ਉਹਨੂੰ ਪੂਰਾ ਬਣਾ ਨਹੀਂ ਸਕਿਆ, ਬਣਾਏਗਾ ਵੀ ਕਿਵੇਂ? ਥੋੜ੍ਹਾ ਇਹਨੂੰ ਸਮਝੋ। ਦਰਸ਼ਨ ਸ਼ਾਸਤਰਾਂ ਦੇ ਸਾਹਮਣੇ ਇੱਕ ਵੱਡਾ ਗਹਿਰਾ ਸਵਾਲ ਰਿਹਾ ਹੈ, ਤੇ ਉਹ ਸਵਾਲ ਇਹ ਹੈ ਕਿ ਇੱਕ ਯਾਤਰੀ ਹਿੰਦੁਸਤਾਨ ਆਉਂਦਾ ਹੈ ਤਦ ਹਿੰਦੁਸਤਾਨ ਦਾ ਨਕਸ਼ਾ ਉਹਨੂੰ ਦੇ ਦਿੰਦੇ ਹਨ। ਹਿੰਦੁਸਤਾਨ ਨੂੰ ਤਾਂ ਜੇਬ 'ਚ ਨਹੀਂ ਰੱਖ ਸਕੋਗੇ, ਉਹ ਨਕਸ਼ਾ ਜੇਬ 'ਚ ਰੱਖ ਲੈਂਦਾ ਹੈ। ਉਸ ਨਕਸ਼ੇ ਨਾਲ ਹਿੰਦੁਸਤਾਨ ਦਾ ਮੇਲ ਕੀ ਹੈ ਕਿ ਉਹ ਨਕਸ਼ਾ ਹਿੰਦੁਸਤਾਨ ਵਰਗਾ ਹੈ। ਜੇਕਰ ਹਿੰਦੁਸਤਾਨ ਵਰਗਾ ਹੈ ਤਾਂ ਹਿੰਦੁਸਤਾਨ ਵਰਗਾ ਹੀ ਵੱਡਾ ਹੋਏਗਾ, ਤੇ ਜੇਕਰ ਹਿੰਦੁਸਤਾਨ ਜਿਹਾ ਨਹੀਂ ਹੈ ਤਾਂ ਉਹਨੂੰ ਹਿੰਦੁਸਤਾਨ ਦਾ ਨਕਸ਼ਾ ਕਿਉਂ ਕਹਿੰਦੇ ਹੋ? ਨਕਸ਼ੇ ਦੀ ਵਰਤੋਂ ਕੀ ਹੈ? ਜੇਕਰ ਉਹ ਬਿਲਕੁਲ ਹਿੰਦੁਸਤਾਨ ਵਰਗਾ ਹੈ ਤਾਂ ਉਹਦੀ ਕੁਝ ਵਰਤੋਂ ਨਹੀਂ ਹੈ, ਕਿਉਂਕਿ ਉਹਨੂੰ ਜੇਬ 'ਚ ਨਾ ਲਿਜਾ ਸਕੋਗੇ, ਉਹਦੀ ਕਾਰ 'ਚ ਬੈਠ ਕੇ ਵਰਤੋਂ ਨਹੀਂ ਕਰ ਸਕੋਗੇ, ਉਹ ਦੂਜਾ ਹਿੰਦੁਸਤਾਨ ਹੋ ਜਾਏਗਾ। ਤੇ ਜੇਕਰ ਉਹ ਹਿੰਦੁਸਤਾਨ ਜਿਹਾ ਨਹੀਂ ਹੈ ਤਾਂ ਵੱਡੀ ਹੈਰਾਨੀ ਦੀ ਗੱਲ ਹੈ, ਉਹ ਕੰਮ ਕਿਵੇਂ ਆਉਂਦਾ ਹੈ? ਨਕਸ਼ਾ ਪ੍ਰਤੀਕ ਹੈ, ਉਹ ਠੀਕ ਹਿੰਦੁਸਤਾਨ ਵਰਗਾ ਨਹੀਂ ਹੈ, ਫਿਰ ਵੀ ਹਿੰਦੁਸਤਾਨ ਦੇ ਸੰਬੰਧ ਵਿੱਚ ਰੇਖਾਵਾਂ ਦੇ ਰਾਹੀਂ ਕੁਝ ਇਸ਼ਾਰੇ ਕਰਦਾ ਹੈ। ਤੁਸੀਂ ਪੂਰਾ ਹਿੰਦੁਸਤਾਨ ਘੁੰਮ ਕੇ ਵੀ ਹਿੰਦੁਸਤਾਨ ਦਾ ਨਕਸ਼ਾ ਕਿਤੇ ਨਹੀਂ ਵੇਖ ਸਕੋਗੇ। ਜਿੱਥੇ ਵੀ ਜਾਓਗੇ ਹਿੰਦੁਸਤਾਨ ਮਿਲੇਗਾ, ਨਕਸ਼ਾ ਨਹੀਂ। ਲੇਕਿਨ ਜੇਕਰ ਨਕਸ਼ਾ ਕੋਲ ਹੈ ਤਾਂ ਯਾਤਰਾ ਆਸਾਨ ਹੋ ਜਾਏਗੀ। ਲੇਕਿਨ ਨਕਸ਼ੇ ਨੂੰ ਮੰਨ ਕੇ ਚੱਲਣਾ ਪਏਗਾ। ਨਕਸ਼ੇ ਨੂੰ ਛਾਤੀ ਨਾਲ ਲਾ ਕੇ ਬੈਠਣ ਨਾਲ ਕੁਝ ਵੀ ਨਹੀਂ ਹੋਏਗਾ। ਦੁਨੀਆ ਭਰ ਦੇ ਧਾਰਮਿਕ ਲੋਕ ਨਕਸ਼ਿਆਂ ਨੂੰ ਛਾਤੀ ਨਾਲ ਲਾ ਕੇ ਬੈਠ ਗਏ ਹਨ, ਜਿਵੇਂ ਨਕਸ਼ਾ ਸਾਰਾ ਕੁਝ ਹੈ। ਧਰਮ ਸ਼ਾਸਤਰ ਨਕਸ਼ਾ ਹੈ, ਮੂਰਤੀਆਂ ਨਕਸ਼ੇ ਹਨ, ਮੰਦਰ ਨਕਸ਼ੇ ਹਨ, ਉਹਨਾਂ 'ਚ ਕੁਝ ਇਸ਼ਾਰੇ ਲੁਕੇ ਹਨ। ਜੇਕਰ ਇਸ਼ਾਰੇ ਚੁੱਕ ਜਾਣ
ਤਾਂ ਨਕਸ਼ੇ ਭਾਰ ਹਨ। ਹਿੰਦੂ ਆਪਣੇ ਨਕਸ਼ੇ ਢੋ ਰਿਹਾ, ਮੁਸਲਮਾਨ ਆਪਣੇ ਨਕਸ਼ੇ ਢੋ ਰਿਹਾ। ਨਾ ਹਿੰਦੂ ਯਾਤਰਾ ਕਰ ਰਿਹਾ, ਨਾ ਮੁਸਲਮਾਨ ਯਾਤਰਾ ਕਰ ਰਿਹਾ। ਨਕਸ਼ੇ ਇੰਨੇ ਹੋ ਗਏ ਹਨ ਕਿ ਯਾਤਰਾ ਹੋ ਹੀ ਨਹੀਂ ਸਕਦੀ। ਜਾਂ ਤਾਂ ਨਕਸ਼ਿਆਂ ਨੂੰ ਢੋਵੋ ਤਾਂ ਤੁਸੀਂ ਟੁਰ ਨਹੀਂ ਸਕਦੇ। ਨਕਸ਼ੇ ਸੰਖੇਪ ਹੋਣੇ ਚਾਹੀਦੇ ਹੈ, ਛੋਟੇ ਚਾਹੀਦੇ ਹੈ। ਹੋਰ ਨਕਸ਼ਿਆਂ ਦੀ ਪੂਜਾ ਕਰਨ ਦਾ ਕੋਈ ਅਰਥ ਨਹੀਂ ਹੈ, ਉਹਨਾਂ ਦਾ ਇਸਤੇਮਾਲ ਕਰਨਾ ਹੈ। ਧੰਨਵਾਦ।